बहुता करम लिखिया ना जाए, बहुता करम लिखिया ना जाए, वड्डा दाता तिल ना तमाए, वड्डा दाता तिल ना तमाए। केते मंग हैं जोद अपार, केते मंग हैं जोद अपार, केत्यां गणत नहीं विचार, केत्यां गणत केते खप टुटे बेकार, केते खप टुटे बेकार, केते ले ले मुक्कर पाए, केते मूरख खाही खाए, केते मूरख खाही खाए, केत्यां दुख भूख सदमार, हे बेदात तेरी दातार, हे बेदात तेरी दातार, बंद खलासी पाण होए, और आँख न सकै कोई, और आँख न सकै कोई, जे को खाए आखण पाए, हो जाने जेतियां मुँह खाए, हो जाने जेतियां मुँह आपे जाने आपे दे, आँखें से पे के आँखें से भी जिसनू बख्शे सिफ्त सलाह, नानक पातशाही पातशाह, नानक
ਪਾਤਸ਼ਾਹ। ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈ, ਕਿਉ ਕੂੜੈ ਟੁੱਟੈ ਪਾਇ, ਕਿਉ ਕੂੜੈ ਟੁੱਟੈ ਪਾਇ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਇ, ਕਿਉ ਕੂੜੈ ਟੁੱਟੈ ਪਾਇ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ, ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਨਾਮ। ਪਿਆਰੀ ਸਾਧ ਸੰਗਤ ਜੀ, ਅਸੀਂ ਸਭ ਨੇ ਰਲ ਕੇ ਅੱਜ 5 ਨੰਬਰ ਪੌੜੀ ਦਾ ਪਾਠ ਕੀਤਾ। ਇਸ ਤੋਂ ਇਲਾਵਾ ਅਸੀਂ ਜੋ ਜਪਜੀ ਸਾਹਿਬ ਦੀ ਮੇਨ ਪਹਿਲੀ ਪੌੜੀ ਹੈ, ਉਸ ਦੇ ਵਿੱਚ ਜਿਹੜਾ ਸਵਾਲ ਪੇਸ਼ ਕੀਤਾ ਗਿਆ ਉਹ ਪੂਰੇ ਜਪਜੀ ਸਾਹਿਬ 'ਚੋਂ ਇੱਕ ਮੇਨ ਟਾਸਕ ਹੈ। ਇੱਕ ਸਾਨੂੰ ਟੁੰਬ ਕੇ ਸਵਾਲ ਪੁੱਛਿਆ ਗਿਆ, ਗੁਰੂ ਪਾਤਸ਼ਾਹ ਨੇ ਉਸ ਨੂੰ ਫਸਟ ਪਰਸਨ ਦੀ ਲੈਂਗੁਏਜ ਵਿੱਚ ਪੇਸ਼ ਕੀਤਾ ਹੈ, ਇਸ ਕਰਕੇ ਆਪਣੇ 'ਤੇ ਟੁਕਾ ਕੇ ਪੁੱਛਿਆ ਕਿ ਵੀ ਮੈਂ ਸਚਿਆਰਾ ਕਿਵੇਂ ਬਣਾ। ਇਹ ਮੇਨ ਸਵਾਲ ਹੈ ਜਪਜੀ ਸਾਹਿਬ ਦਾ। ਉਸ ਸਵਾਲ ਨੂੰ ਅਸੀਂ ਗਾਇਨ ਕੀਤਾ, ਗੁਰੂ ਪਾਤਸ਼ਾਹ ਨੇ ਨਾਲ ਹੀ ਉਸ ਦਾ ਉੱਤਰ ਦਿੱਤਾ, ਹੁਕਮ ਰਜ਼ਾਈ ਚੱਲਣਾ। ਰੱਬ ਜੀ ਦਾ ਜਿਹੜਾ ਹੁਕਮ ਰਜ਼ਾ ਨਿਯਮ ਸਿਸਟਮ ਹੈ, ਉਸ ਦੇ ਅਨੁਸਾਰ ਜੇ ਚੱਲੋ ਤਾਂ ਕੁੜਿਆਰ ਤੋਂ ਸਚਿਆਰ ਬਣ ਜਾਈਦਾ ਹੈ। ਉਹ ਹੁਕਮ ਕਿੱਥੇ ਲਿਖਿਆ ਹੋਇਆ ਹੈ? ਨਾਨਕ ਲਿਖਿਆ ਨਾਲ। ਹਰ ਇਨਸਾਨ ਦੇ ਅੰਦਰ ਰੱਬ ਜੀ ਵਸਦੇ ਨੇ, ਇਸ ਕਰਕੇ ਹਰ ਇਨਸਾਨ ਦੇ ਅੰਦਰ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹਨੂੰ ਧੁਰ ਕੀ ਬਾਣੀ, ਉਸ ਨੂੰ ਖੁਦਾਈ ਪੈਗਾਮ, ਰੱਬ ਜੀ ਦੀ ਆਵਾਜ਼ ਕਹਿੰਦੇ ਨੇ, ਪਰਲੌਕਿਕ ਬਾਣੀ ਕਹਿੰਦੇ ਨੇ। ਅੰਦਰ ਦੀ ਜ਼ਮੀਰ ਦੀ ਆਵਾਜ਼ ਨੂੰ ਜਦੋਂ ਅਸੀਂ ਸੁਣਦੇ ਹਾਂ ਉਹ ਹੁਕਮ ਰਜ਼ਾਈ ਚੱਲਣਾ ਕਹਿਲਾਉਂਦਾ ਹੈ, ਔਰ ਉਹ ਹਰ ਕਿਸੇ ਦੇ ਨਾਲ ਹੈ, ਨਾਨਕ ਲਿਖਿਆ ਨਾਲ। ਸੋ ਅਸੀਂ ਇਹ ਕਦੀ ਵੀ ਨਹੀਂ ਸੋਚਾਂਗੇ ਕਿ ਮੈਨੂੰ ਜੇ ਪਤਾ ਹੀ ਨਹੀਂ ਹੈ, ਅਰਥ ਵੀ ਨਹੀਂ ਪਤਾ, ਤੇ ਮੈਨੂੰ ਪਾਠ ਕਰਨਾ ਹੀ ਨਹੀਂ। ਇਸ ਤਰ੍ਹਾਂ ਕਦੇ ਨਹੀਂ ਸੋਚਾਂਗੇ। ਜੇਕਰ ਅਸੀਂ ਪਾਠ ਕਰਦੇ ਹਾਂ ਤਾਂ ਆਸਤਾ ਆਸਤਾ ਮਨ ਦੀ ਆਦਤ ਇਸ ਪਾਸੇ ਪਾਣੀ ਹੈ ਕਿ ਮੈਂ ਸਮਝ ਕੇ ਵੀ ਕਰਾਂ। ਜੇ ਛੱਡ ਹੀ ਦਿਆਂ ਤਾਂ ਮੈਂ ਸਮਝਾਂਗਾ ਹੀ ਨਹੀਂ। ਇਸ ਕਰਕੇ ਇਹ ਭੁਲੇਖਾ ਕਦੇ ਨਹੀਂ ਖਾਣਾ ਕਿ ਮੈਨੂੰ ਸਮਝ ਵੀ ਆ ਗਈ ਹੈ ਅਤੇ ਮੈਨੂੰ ਅੱਗੇ ਪੜ੍ਹਨ ਦੀ ਲੋੜ ਹੀ ਨਹੀਂ ਰਹੀ। ਸੋ ਅਸੀਂ ਸਾਰੇ ਪਾਠ ਤੇ ਜ਼ਰੂਰ ਕਰਨਾ ਹੈ, ਕੀਰਤਨ ਸੁਣਨਾ ਤੇ ਕਰਨਾ ਹੈ, ਗੁਰਦੁਆਰੇ ਜਾਣਾ ਹੈ,
ਸੁਣਨਾ ਹੈ। ਪਰ ਕਦੋਂ ਤੱਕ? ਜੇ ਸਾਡਾ ਬੱਚਾ ਸਕੂਲ ਦੇ ਵਿੱਚ ਪਹਿਲੀ ਕਲਾਸ ਜਾਵੇ ਔਰ 8 10 15 ਸਾਲ ਤੱਕ ਊੜਾ ਐੜਾ ਜਾਂ ABC ਪੜ੍ਹਦਾ ਰਹੇ ਤਾਂ ਅਸੀਂ ਸਾਰੇ ਮਾਪਿਓ ਉਹਨਾਂ ਨੂੰ ਕਹਿੰਦੇ ਹਾਂ ਕਿ ਬੱਚੇ ਨੂੰ ਅਗਲਾ ਪਾਠ ਵੀ ਪੜ੍ਹਾਇਆ ਕਰੋ। ਇਹਦਾ ਮਤਲਬ ਦੁਨਿਆਵੀ ਪੜ੍ਹਾਈ 'ਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਤਾਂ ਅਧਿਆਤਮਕ ਆਪਣੇ ਜੀਵਨ ਆਪਣੇ ਆਚਰਨ ਨੂੰ ਉੱਚਿਆਂ ਕਰਨ ਦੀ ਪੜ੍ਹਾਈ ਵਾਸਤੇ ਸਾਨੂੰ ਹਿੰਮਤ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਉਸ ਨੂੰ ਇਹ ਸਮਝ ਸਕੀਏ ਕਿ ਮੇਰੇ ਜੀਵਨ ਵਿੱਚ ਕੋਈ ਬਦਲਾਹਟ ਵੀ ਆਈ ਕਿ ਨਹੀਂ ਆਈ। ਅਤੇ ਧਰਮ ਦਾ ਉਹ ਪੱਖ ਸਾਰਥਕ ਹੁੰਦਾ ਹੈ ਜਿਸ ਪੱਖ ਨੂੰ ਵਰਤ ਕੇ ਮੇਰੇ ਜੀਵਨ ਵਿੱਚ ਬਦਲਾਹਟ ਆਏ। ਧਰਮ ਇਹ ਨਹੀਂ ਕਹਿੰਦਾ ਕਿ ਤੁਸੀਂ ਆਓ ਮੈਨੂੰ ਫੁੱਲ ਚੜ੍ਹਾ ਕੇ ਹਾਰ ਚੜ੍ਹਾ ਕੇ ਚਲੇ ਜਾਓ। ਧਰਮ ਮੀਨਸ ਰੱਬ ਜੀ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਉਹਨਾਂ ਨੂੰ ਕਿਸੇ ਦੀ ਕੋਈ ਉਸਤਤ ਵਡਿਆਈ ਔਰ ਕਰਮ ਕਾਂਡ ਦੇ ਚੜ੍ਹਾਵੇ ਦੀ ਕੋਈ ਇੱਛਾ ਨਹੀਂ ਹੁੰਦੀ, ਕੋਈ ਇਹ ਤਮਾ ਨਹੀਂ ਹੁੰਦੀ। ਸੋ ਅਸੀਂ ਆਪਣੇ ਆਪ ਨੂੰ ਇਸ ਮੋਡ ਵਿੱਚ ਪਾ ਕੇ ਰੋਜ਼ ਪਾਠ ਹੁਣ ਕਰਨਾ ਹੈ ਕਿ ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੈਂ ਕੂੜਾ ਹਾਂ, ਮੈਂ ਕੁੜਿਆਰ ਜੀਵਨ ਵਾਲਾ ਹਾਂ, ਮੇਰਾ ਜੀਵਨ ਚੰਗਾ ਨਹੀਂ ਹੈ, ਮੇਰਾ ਆਚਰਣ ਮੇਰਾ ਸੋਚਣੀ ਦਾ ਢੰਗ ਖਰਾ ਨਹੀਂ ਹੈ, ਮੈਨੂੰ ਮੰਦੇ ਬੁਰੇ ਖਿਆਲ ਲੋਕਾਂ ਵਾਸਤੇ ਆਉਂਦੇ ਹਨ, ਬਦਲਾ ਲੈਣ ਦੀ ਭਾਵਨਾ ਵੀ ਆਉਂਦੀ ਹੈ, ਜ਼ਾਤ ਪਾਤ ਕਰਕੇ ਮੇਰੇ ਮਨ ਅੰਦਰ ਲੋਕਾਂ ਦੇ ਵਾਸਤੇ ਊਚ ਨੀਚ ਦਾ ਭੇਦਭਾਵ ਹੈ, ਲੋਕਾਂ ਨਾਲ ਅਮੀਰੀ ਗਰੀਬੀ ਦਾ ਵਿਤਕਰਾ ਮੈਂ ਕਰਦਾ ਹਾਂ, ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਵਿਤਕਰਾ ਵੀ ਮੈਂ ਕਰਦਾ ਹਾਂ। ਇਹਨੂੰ ਕਹਿੰਦੇ ਨੇ ਵਿਤਕਰੇ ਦੀ ਭਾਵਨਾ, ਇੰਗਲਿਸ਼ ਵਿੱਚ ਡਿਸਕ੍ਰਿਮੀਨੇਟਿਵ ਐਟੀਟਿਊਡ, ਡਿਸਕ੍ਰਿਮੀਨੇਸ਼ਨ ਕਰਨਾ। ਅੱਜ ਅਮਰੀਕਾ ਜੈਸੀ ਧਰਤੀ 'ਤੇ ਵੀ ਸਰਕਾਰਾਂ ਨੇ ਕਾਨੂੰਨ ਬਣਾਏ ਹੋਏ ਨੇ, ਤੁਸੀਂ ਕਿਸੇ ਵੀ ਦੇਸ਼ ਤੋਂ ਆਏ ਹੋ, ਭਾਵੇਂ ਤੁਹਾਡੇ ਕੋਲ ਕਾਗਜ਼ ਪੂਰੇ ਹਨ ਜਾਂ ਨਹੀਂ, ਤੁਹਾਡੇ ਨਾਲ ਕੋਈ ਵੀ ਜੇ ਵਿਤਕਰਾ ਕਰੇ ਤਾਂ ਉਹ ਕ੍ਰਾਈਮ ਹੈ, ਤੁਸੀਂ ਸਰਕਾਰ ਨੂੰ ਦੱਸੋ। ਇਸ ਕਰਕੇ ਅਸੀਂ ਕਿਸੇ ਨੂੰ ਵੀ ਉੱਚੀ ਜ਼ਾਤ ਦਾ ਜਾਂ ਨੀਵੀਂ ਜ਼ਾਤ ਦਾ ਨਹੀਂ ਕਹਿ ਸਕਦੇ। ਸਾਨੂੰ ਕਿਸੇ ਨੂੰ ਵੀ ਨੀਵੀਂ ਜ਼ਾਤ ਦਾ ਕਹਿਣਾ ਨਹੀਂ ਚਾਹੀਦਾ, ਬਲਕਿ ਮੈਨੂੰ ਇਹ ਮੰਨਣਾ ਚਾਹੀਦਾ ਹੈ ਕਿ ਮੈਂ ਨੀਚ ਕਰਮ ਵਾਲਾ ਇਨਸਾਨ ਹਾਂ। ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬੈਰੋਏ। ਜਿਹੜੇ ਨੀਚ ਕਰਮ ਵਾਲੇ ਹੁੰਦੇ ਨੇ ਉਹ ਖੇੜੇ ਵਿਗਾਸ ਵਿੱਚ ਰਹਿੰਦੇ ਨਹੀਂ ਹਨ। ਉੱਚ ਕਰਮ ਵਾਲੇ ਉੱਤਮ ਹੋ ਜਾਂਦੇ ਨੇ ਸਤਿਗੁਰ ਦੀ ਮੱਤ ਲੈ ਕੇ, ਅਤੇ ਨੀਚ ਕਰਮ ਵਾਲੇ ਸਾਰੀ ਉਮਰ ਆਪਣੀ ਇਸ ਤਰ੍ਹਾਂ ਹੀ ਵਗਾਰ ਕੱਟ ਜਾਂਦੇ ਨੇ। ਸੋ ਅਸੀਂ ਮੰਨੀਏ ਕਿ ਮੈਂ ਕੁੜਿਆਰ ਹਾਂ। ਇਹਦੇ ਨਾਲ ਇੱਕ ਜ਼ਰੂਰ ਫਾਇਦਾ ਹੋ ਜਾਏਗਾ, ਅਸੀਂ ਇਸ ਗੱਲ ਤੋਂ ਛੁੱਟ ਜਾਵਾਂਗੇ, ਉਹ ਜੀ ਮੈਂ ਦੇਖੇ ਨੇ ਕਾਲੀ ਪਗੜੀ ਵਾਲੇ, ਪੀਲੀ 50 ਵਾਲੇ, ਕਿਰਪਾਨ ਪਾਈ ਹੋਈ ਹੈ, ਦਾੜਾ ਖੁੱਲ੍ਹਾ ਹੈ ਅਤੇ ਜੀ ਉਹਦਾ ਜੀਵਨ ਨਹੀਂ ਹੈ। ਅਸੀਂ ਕਿਸੇ ਨੂੰ ਇੰਝ ਨਹੀਂ ਕਵਾਂਗੇ। ਫਿਰ ਅਸੀਂ ਕਹਿੰਦੇ ਜੀ ਮੈਂ ਦੇਖਿਆ ਲੋਕਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਜੀਵਨ ਨਹੀਂ ਹੈ, ਅਸੀਂ ਕਿਸੇ ਨੂੰ ਨਹੀਂ ਕਵਾਂਗੇ। ਫਿਰ ਅਸੀਂ ਇਹ ਨਹੀਂ ਕਹਾਂਗੇ ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ ਦਾ ਜੀਵਨ ਨਹੀਂ ਬਦਲਿਆ, ਜਿਹੜੇ ਪਾਠ ਕਰਦੇ ਉਹਨਾਂ ਦਾ ਜੀਵਨ ਨਹੀਂ ਬਦਲਿਆ। ਜਿਹਦਾ ਨਹੀਂ ਬਦਲਿਆ ਉਹ ਆਪਣੀ ਭਲੀ ਨੇ ਬੇੜੇ। ਸਾਨੂੰ ਦੇਖਣਾ, ਮੈਂ ਰੋਜ਼ ਸਵੇਰੇ ਜਪਜੀ ਸਾਹਿਬ ਪੜ੍ਹਦਾ ਅਤੇ ਮੈਨੂੰ ਕਿਹਾ ਜਾ ਰਿਹਾ ਤੂੰ ਆਪਣੇ ਆਪ ਨੂੰ ਇਸ ਮੂਡ ਵਿੱਚ ਪਾ ਕਿ ਮੈਂ ਕੁੜਿਆਰ ਹਾਂ, ਮੈਂ ਫਾਲਸ ਲਾਈਫ ਜੀਂਦਾ ਹਾਂ, ਮੈਂ ਟਰੂਥਫੁਲ ਲਿਵਿੰਗ ਵਾਲੀ ਜੀਵਨੀ ਜੀਂਦਾ ਹੀ ਨਹੀਂ। ਤਾਂ ਇਹ ਵਾਲੀ ਮੋਡ ਵਿੱਚ ਸਾਡੀ ਅਵਸਥਾ ਜਾਏਗੀ, ਅਤੇ ਜਦੋਂ ਇਹਦੇ 'ਤੇ ਜਾਏਗੀ ਤਾਂ ਜਿਸ ਇਨਸਾਨ ਨੂੰ ਦੁੱਧ 'ਚੋਂ ਮੱਖੀ ਸਮਝ ਆ ਜਾਵੇ ਉਹ ਮੱਖੀ ਵਾਲਾ ਦੁੱਧ ਨਹੀਂ ਪੀਂਦਾ। ਉਹਦਾ ਚਿੱਤ ਕਰੇਗਾ ਮੈਂ ਬਦਲਣਾ ਚਾਹੁੰਦਾ ਹਾਂ, ਪਰ ਸ਼ਰਤ ਇਹ ਹੈ ਪਹਿਲਾਂ ਮੈਂ ਮੰਨਾਂ ਕਿ ਮੈਂ ਕੁੜਿਆਰ ਹਾਂ। ਅਤੇ ਰੋਜ਼ ਸਵੇਰੇ ਜਪਜੀ ਸਾਹਿਬ ਪੜ੍ਹ ਰਿਹਾ ਤਾਂ ਇਹ ਸਭ ਤੋਂ ਪਹਿਲਾਂ ਇਸ ਪੌੜੀ ਨੂੰ ਪੜ੍ਹਨ ਵੇਲੇ ਸਾਰੀ ਜਪਜੀ ਸਾਹਿਬ ਵੀ ਸਹਿਜ ਨਾਲ ਪੜ੍ਹਨਾ ਹੈ, ਪਰ ਇਸ ਪੌੜੀ ਨੂੰ ਪੜ੍ਹਨ ਵੇਲੇ ਇੱਥੋਂ ਇਸ ਮੋਡ ਵਿੱਚ ਜਾਣਾ ਹੈ ਕਿ ਮੈਂ ਕੁੜਿਆਰ ਹਾਂ, ਕੁੜਿਆਰ ਤੋਂ ਸਚਿਆਰ ਬਣਨਾ ਹੈ। ਬੜੀ ਭਾਰੀ ਮੰਗ, ਜਾਚਨਾ, ਇੱਛਾ, ਬਰਨਿੰਗ ਡਿਜ਼ਾਇਰ। ਇਸ ਇੱਛਾ ਨੂੰ ਸਿੰਗੂਲਰ ਕਹਿੰਦੇ ਨੇ, ਲੇਕਿਨ ਢੇਰ ਸਾਰੀਆਂ ਇੱਛਾਵਾਂ ਹੋਣ ਤਾਂ ਵੀ ਸਾਡਾ ਵਾਕ ਆ ਜਾਏਗਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇਨਾ। ਮੇਰੀਆਂ ਤੇ ਬੜੀਆਂ ਸਾਰੀਆਂ ਇੱਛਾਵਾਂ ਸੀ,
ਉਹ ਇੱਛਾਵਾਂ ਮੇਰੇ ਮਨ ਦੀਆਂ ਦੁਨਿਆਵੀ ਖਾਹਿਸ਼ਾਂ ਹੁੰਦੀਆਂ। ਜੇਕਰ ਮੇਰਾ ਮਨ ਦੀ ਇਹ ਇੱਛਾ ਹੋਵੇ ਕਿ ਮੈਂ ਕੁੜਿਆਰ ਤੋਂ ਸਚਿਆਰ ਬਣਨਾ ਤੇ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲੀ ਮੱਤ ਆ ਜਾਂਦੀ ਹੈ। ਫਿਰ ਉਹ ਦੁਨਿਆਵੀ ਡਿਜ਼ਾਇਰਸ ਆਪੇ ਬੈਠ ਜਾਂਦੀਆਂ ਨੇ, ਆਪਣੇ ਆਪ ਨੂੰ ਸਪਰੈਸ ਨਹੀਂ ਕਰਨਾ ਪੈਂਦਾ ਤੇ ਮਨ ਜਿਸ ਪੱਖੋਂ ਕੁੜਿਆਰ ਹੈ ਉਸ ਪਾਸੋਂ ਸਚਿਆਰ ਹੋ ਜਾਂਦਾ ਹੈ, ਡਿਜ਼ਾਇਰਲੈਸ ਹੋ ਜਾਂਦਾ। ਜਦੋਂ ਮਨ ਡਿਜ਼ਾਇਰਲੈਸ ਹੋ ਜਾਵੇ ਤਾਂ ਉਸ ਅਵਸਥਾ ਨੂੰ ਕਹਿੰਦੇ ਨੇ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ। ਮੈਂ ਇਹ ਅਰਦਾਸ ਕੀਤੀ ਸੀ, ਮੇਰੀ ਇੱਛਾ ਪੂਰੀ ਕਰ ਦਿਓ। ਅੱਜ ਇੱਛਾ ਕੀ ਹੈ ਜਪਜੀ ਸਾਹਿਬ ਦੀ ਰੋਜ਼ ਦੀ? ਮੈਂ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹਾਂ। ਇਹ ਇੱਛਾ ਵਾਲੇ ਦੀ ਜਰਨੀ ਹੈ ਪੂਰੀ 38 ਪੌੜੀਆਂ। ਇਤਨਾ ਮੈਨੂੰ ਥੋੜ੍ਹਾ ਜਿਹਾ ਰੀਕੈਪ ਕਰਨਾ ਸੀ ਕਿਉਂਕਿ ਹਰ ਪੌੜੀ ਪਿਛਲੀ ਪੌੜੀ ਦੇ ਨਾਲ ਅਗਲੀ ਪੌੜੀ ਇੰਟਰਲਿੰਕਡ ਹੈ। ਜੇ ਇੰਟਰਲਿੰਕ ਬਣਾਉਣਾ ਆ ਗਿਆ ਕਿ ਪਿਛਲੀ ਪੌੜੀ ਵਿੱਚ ਕੀ ਕਹਿ ਰਹੇ ਸਨ ਅਤੇ ਉਸ ਤੋਂ ਅਗਲੀ ਪੌੜੀ ਵਿੱਚ ਕਿਵੇਂ ਜਾਣਾ ਹੈ। ਜਿਵੇਂ ਫਰਜ਼ ਕਰੀਏ ਪਹਿਲੀ ਪੌੜੀ ਸੀ ਹੁਕਮ ਰਜ਼ਾਈ ਚੱਲਣਾ, ਤਾਂ ਉਸ ਤੋਂ ਅਗਲੀ ਪੌੜੀ ਹੁਕਮ ਬਾਰੇ ਹੈ। ਹੁਕਮੀ ਹੋਵਨ ਆਕਾਰ, ਹੁਕਮ ਦੀ ਗੱਲ ਚੱਲਦੀ ਹੈ। ਇੰਝ ਸਾਰੀਆਂ ਪੌੜੀਆਂ ਇੱਕ ਦੂਜੇ ਦੇ ਨਾਲ ਪਿੱਛੋਂ ਜੁੜੀਆਂ ਹੋਈਆਂ ਚੱਲਦੀਆਂ ਨੇ ਔਰ ਜੁੜੀਆਂ ਹੋਈਆਂ ਚੱਲਦੀਆਂ ਨੇ ਤਾਂ ਮੇਰੇ ਲਗਾਤਾਰ ਥਾਟ ਪ੍ਰੋਸੈਸ 'ਤੇ ਹੈਮਰਿੰਗ ਹੈ। ਜਦੋਂ ਇਸ ਪੱਖੋਂ ਪੜ੍ਹਿਆ ਤਾਂ ਇੱਕ ਭੁਲੇਖਾ ਲੱਥਾ। ਅਸੀਂ ਸਮਝਦੇ ਸੀ ਪਾਤਾਲ ਕਿੱਥੇ ਕਿਸੇ ਹੋਰ ਨੂੰ ਕਿਹਾ ਔਰ ਕੰਵਣ ਸੁਰਤੀ ਮਾਂ ਕੰਵਣ ਜਿਤ ਹੁਆ ਆਕਾਰ ਇਹ ਕੋਈ ਪੰਡਤਾਂ ਜੋਗੀਆਂ ਜਾਂ ਪੀਰ ਦਸਤਗੀਰ ਨਾਲ ਗੱਲ ਕੀਤੀ ਹੈ ਜਾਂ ਮੁੰਦਾ ਸੰਤੋਖ ਦੀਆਂ ਆਦੇਸ਼ ਤਿਸੇ ਆਦੇਸ਼ ਵਾਲੀਆਂ ਪੌੜੀਆਂ ਕੋਈ ਜੋਗੀਆਂ ਨਾਲ ਗੱਲ ਕੀਤੀ ਹੈ। ਪਰ ਸਾਰੀ ਦੀ ਸਾਰੀ ਜਰਨੀ ਯਾਤਰਾ ਉਸ ਇਨਸਾਨ ਦੀ ਸ਼ੁਰੂ ਹੋ ਰਹੀ ਹੈ ਜਿਹੜਾ ਕੁੜਿਆਰ ਤੋਂ ਸਚਿਆਰ ਬਣਨਾ ਚਾਹੁੰਦਾ ਹੈ। ਮੈਂ ਤਾਂ ਸਾਰੀ ਉਮਰ ਤੀਰਥਾਂ ਦੀ ਯਾਤਰਾ ਕਰਦਾ ਰਿਹਾ, ਹੁਣ ਮੇਰੀ ਅੰਦਰ ਦੀ ਯਾਤਰਾ ਕੁਛ ਸ਼ੁਰੂ ਕਰਾਈ ਜਾ ਰਹੀ ਹੈ। ਇਸ ਯਾਤਰਾ ਵਿੱਚ ਮੈਨੂੰ ਬੱਸਾਂ 'ਤੇ ਜਾ ਕੇ ਪਹਾੜੀਆਂ 'ਤੇ ਨਹੀਂ ਜਾਣਾ ਪਏਗਾ, ਭਾਵੇਂ ਉੱਥੇ ਸੁਨਾਮੀ ਆਵੇ, ਭਾਵੇਂ ਲੈਂਡਸਲਾਈਡ ਆਏ, ਮੈਨੂੰ ਕਿੱਥੇ ਨਹੀਂ ਜਾਣਾ ਪਏਗਾ ਕਿਉਂਕਿ ਹੁਣ ਮੇਰੀ ਅੰਦਰ ਦੀ ਜਰਨੀ ਸ਼ੁਰੂ ਹੈ। ਔਰ ਅੰਦਰ ਦੀ ਜਰਨੀ ਵੇਲੇ ਸਮਝ ਆ ਰਹੀ ਹੈ ਊਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਇਹਾਂ ਮੀਨਸ ਮੇਰੇ ਅੰਦਰ ਰੱਬ ਜੀ ਵਸਦੇ ਨੇ, ਇੱਥੇ ਵੀ ਚਾਰੋਂ ਪਾਸੇ ਵਸਦੇ ਨੇ। ਮੈਨੂੰ ਕਿੱਥੇ ਕਿਸੇ ਪਹਾੜੀ 'ਤੇ ਜਾਣ ਦੀ ਲੋੜ ਹੀ ਨਹੀਂ ਹੈ, ਮੈਨੂੰ ਕਿਸੇ ਤੀਰਥ 'ਤੇ ਜਾਣ ਦੀ ਲੋੜ ਹੀ ਨਹੀਂ ਹੈ। ਇਹਦਾ ਮਤਲਬ ਇੱਕ ਹੋਰ ਕਲੀਅਰ ਹੋਇਆ ਕਿ ਜਦੋਂ ਸਿੱਖ ਜਗਤ ਵਿੱਚ ਗੱਲ ਕਰੋ ਤਾਂ ਲੋਕੀ ਕਹਿੰਦੇ ਅਸੀਂ ਤਾਂ ਤੀਰਥ ਸਥਾਨ 'ਤੇ ਗਏ ਸੀ, ਗੁਰਮਤਿ ਤੀਰਥ ਸਥਾਨ ਮੰਨਦੀ ਨਹੀਂ ਹੈ। ਫਿਰ ਉਹ ਆਪ ਹੀ ਆਨਸਰ ਕਰਦੇ ਨੇ, ਸਵਾਲ ਜਵਾਬ ਦੋਵੇਂ ਕਰੇ ਕਿ ਜੀ ਅਸੀਂ ਤਾਂ ਇਤਿਹਾਸਕ ਸਥਾਨ 'ਤੇ ਗਏ ਸੀ। ਜੇ ਹਿਸਟੋਰੀਕਲ ਪਲੇਸ 'ਤੇ ਜਾਓ ਤਾਂ ਵੀ ਉੱਥੇ ਮੱਥਾ ਕਿਹਨੂੰ ਟੇਕਦੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਨੂੰ। ਬਾਣੀ ਗੁਰੂ ਹੈ, ਬਾਣੀ ਨੂੰ ਮੱਥਾ ਟੇਕਦੇ ਹਾਂ। ਇਹਦਾ ਮਤਲਬ ਥਾਂ ਕਰਕੇ ਗੁਰਮਤਿ ਚੇਂਜ ਨਹੀਂ ਹੋ ਜਾਂਦੀ। ਹਿਸਟਰੀ ਇੱਕ ਅਲੱਗ ਪੱਖ ਹੈ, ਹਿਸਟਰੀ ਸਾਨੂੰ ਸਮਝਣੀ ਚਾਹੀਦੀ ਹੀ ਹੈ। ਲੇਕਿਨ ਜਿੱਥੇ ਵੀ ਵਿਜ਼ਿਟ ਕਰੀਏ ਆਈ ਐਮ ਬਾਉਂਡ ਟੂ ਫੋਲੋ ਗੁਰੂ ਗ੍ਰੰਥ ਸਾਹਿਬ ਜੀ। ਜੇ ਇਹ ਮੇਰੀ ਸਟੇਟਮੈਂਟ ਗਲਤ ਹੋਏ ਤਾਂ ਮੈਂ ਖਿਮਾ ਦਾ ਜਾਚਕਾਂ। ਗੁਰਮਤਿ ਅਨੁਸਾਰ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਤਰ ਗਿਆਨ, ਅੱਛਾ ਮੈਂ ਆਪਣੇ ਅੰਦਰ ਦਾ ਗਿਆਨ ਲੈਣ ਆਇਆ। ਅੰਦਰ ਦਾ ਗਿਆਨ ਕੀ ਹੈ? ਅੰਦਰ ਦਾ ਗਿਆਨ ਹੈ ਕਿ ਮੇਰੇ ਅਵਗੁਣ ਕਿਹੜੇ ਹਨ। ਕਾਸ਼ ਮੈਨੂੰ ਇਹ ਸਮਝਾ ਦਿਓ, ਕਾਸ਼ ਮੇਰੀ ਅੱਖ ਲੋਕਾਂ ਦੇ ਬਦਲੇ ਮੇਰੇ ਅੰਦਰ ਦੇ ਸਿਰਜਣਹਾਰ ਵੱਲ ਖੁਲਵਾ ਦਿਓ। ਮੇਰੇ ਅੰਦਰ ਮੇਰਾ ਪ੍ਰੀਤਮ ਸ਼ਾਹ ਬਹਿਰਾਮ ਰਹਿੰਦਾ ਹੈ, ਉਹਦੇ ਵੱਲ ਮੈਂ ਅੱਖ ਘੁਮਾ ਕੇ ਵੇਖ ਸਕਾਂ। ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ ਸਕਾਂ। ਜਦੋਂ ਮੈਂ ਅੰਦਰ ਅੱਖ ਫੇਰੀ ਤਾਂ ਮੇਰੀ ਯਾਤਰਾ ਵਿੱਚ 22 ਨੰਬਰ ਪੌੜੀ ਆਈ ਕਿ ਪਾਤਾਲ ਵਰਗੇ ਲੱਖਾਂ ਖਿਆਲ ਮੈਨੂੰ ਮੰਦੇ ਖਿਆਲ ਵੀ ਆਉਂਦੇ ਹਨ ਅਤੇ ਆਗਾਸ ਵਰਗੇ ਚੰਗੇ ਖਿਆਲ, ਉੱਚੇ ਖਿਆਲ ਵੀ ਆਉਂਦੇ ਹਨ। ਉੜਕ ਭਾਲ ਥਕੇ ਮੈਂ ਸਾਰੇ ਪਾਸੇ ਸਭ ਕੁਝ ਕਰਕੇ ਦੇਖ ਲਿਆ। ਅਲਟੀਮੇਟ ਨੂੰ ਪਤਾ ਲੱਗਾ ਵੇਦ ਕਹਿਣ ਇੱਕ ਬਾਤ, ਮੇਰੇ ਅੰਦਰੋਂ ਜਿਹੜੇ ਸੱਚ ਦੀ ਗੱਲ ਨਿਕਲਦੀ ਹੈ ਉਹਨੂੰ ਵੇਦ ਕਹਿੰਦੇ ਨੇ ਔਰ ਉੱਥੋਂ ਇੱਕੋ ਹੀ ਗੱਲ ਨਿਕਲਦੀ ਹੈ, ਉਹ ਖਰੀ ਸੱਚ ਹੁੰਦੀ ਹੈ। ਸਹਸ 18 ਕਹਨ ਕਤੇਬਾਂ ਅਸਲੂ ਇਕਤਾਤ। ਅਸਲੂ ਦੇ ਸੱਸੇ ਨੂੰ ਔਂਕੜ ਹੈ, ਅਸੀਂ ਉਹਨੂੰ ਹੌਲਾ ਜਿਹਾ ਪ੍ਰੋਨਾਊਂਸ ਕਰਾਂਗੇ ਸੱਸੇ ਦੇ ਔਂਕੜ ਅਸਲੂ। ਅਤੇ ਕਤੇਬਾਂ ਲਫ਼ਜ਼ ਆਇਆ ਕੁਤੁਬ ਤੋਂ। ਕੁਤੁਬ ਹੁੰਦਾ ਧਾਰਮਿਕ ਗ੍ਰੰਥ।
जितने बारले धार्मिक ग्रंथ पढ़ लो, लेकिन अंदर की जिहड़ी आवाज़ है, अंदर दे जिहड़े वेद, अंदर दे शास्त्र, अंदर दे जिहड़े ग्रंथ होंदे ने, अंदर दे जिहड़ा खुदाई पैगाम होंदा है, ਉਹਦੇ ਚੋਂ ਵੀ ਇੱਕੋ ਗੱਲ ਨਿਕਲਦੀ ਹੈ ਕਿ 84 ਲੱਖ ਜੂਨਾਂ ਮੰਨੀਆਂ ਜਾਂਦੀਆਂ ਸੀ ਇੱਕ ਪਾਸੇ ਹਿੰਦੂ ਜਗਤ ਦੇ ਮੁਤਾਬਕ, ਇਸਲਾਮ ਜਗਤ ਦੇ ਮੁਤਾਬਕ 18,000 ਸ਼੍ਰੇਣੀਆਂ ਜੂਨੀਆਂ ਮੰਨੀਆਂ ਜਾਂਦੀਆਂ, ਉਹਨੂੰ ਸਹਸ 18 ਕਹਿੰਦੇ ਨੇ। ਇਹਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਵੀ ਇੱਕੋ ਰੱਬ ਜੀ ਦਾ ਨਿਯਮ ਚੱਲਦਾ ਹੈ, ਅਸਲੂ ਇਕਤਾਤ। ਲੇਖਾ ਹੋਏ ਤਾਂ ਲਿਖੀਏ, ਜਿਹੜਾ ਇਸ ਨੂੰ ਗੱਲ ਨੂੰ ਸਮਝ ਜਾਂਦਾ ਹੈ ਉਹਦਾ ਜਮਾ ਦਾ ਲੇਖਾ ਮੁੱਕ ਜਾਂਦਾ ਹੈ, ਲੇਖਾ ਰਹਿੰਦਾ ਹੀ ਨਹੀਂ। ਲੇਖਾ ਹੋਏ ਵਿਨਾਸ਼, ਵਿਕਾਰਾਂ ਵਾਲਾ, ਜਮਾ ਵਾਲਾ, ਕੂੜ ਵਾਲਾ, ਮੰਦੇ ਖਿਆਲਾਂ ਵਾਲਾ ਲੇਖਾ ਲਿਖਣਾ ਰਹਿੰਦਾ ਹੀ ਨਹੀਂ। ਫਿਰ ਮੰਦਾ ਖਿਆਲ ਦੀ ਬੁਣਤੀ ਮਨੁੱਖ ਨਹੀਂ ਬੁਣਦਾ। ਨਾਨਕ ਵੱਡਾ ਆਖੀ ਆਪੇ ਜਾਣੇ ਆਪ, ਉਹ ਵੱਡੇ ਦੀ ਗੱਲ ਸੁਣ ਕੇ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਸੁਣਾਉਂਦਾ ਹੈ ਅਤੇ ਆਪਣੇ ਬਾਰੇ ਸੋਝੀ ਕਰਦਾ ਜਾਂਦਾ ਹੈ, ਸੈਲਫ ਐਨਾਲਿਸਿਸ ਕਰਦਾ ਜਾਂਦਾ ਹੈ। ਸਾਲਾ ਹੀ ਸਲਾਏ ਏਤੀ ਸੁਰਤ ਨਾ ਪਾਈਆ, ਰੱਬ ਜੀ ਦੇ ਗੁਣ ਤੇ ਗਾਣੇ ਚਾਹੀਦੇ ਨੇ, ਉਹਨਾਂ ਦੀ ਸ਼ਲਾਘਾ ਤੇ ਕਰਨੀ ਚਾਹੀਦੀ ਹੈ, ਪਰ ਸਿਰਫ ਬਾਹਰੋਂ ਕਰੀਏ, ਅੰਦਰੋਂ ਵਾਲਾ ਗੁਣ ਨਾ ਧਾਰਨ ਕਰੀਏ ਤਾਂ ਰੱਬ ਜੀ ਨਾਲ ਇੱਕ ਮਿਕਤਾ ਦੀ ਸੂਰਤ ਨਹੀਂ ਬਨੇਗੀ। ਮੈਡੀਟੇਸ਼ਨ ਕਰਨੇ ਸੇ ਟੈਂਪਰੇਰੀ ਹੋਤੀ ਹੈ। ਇਸ ਕਰਕੇ ਗੁਰਮਤ ਅੱਖਾਂ ਨੂੰ ਉੱਠ ਕੇ ਚੌਕੜਾ ਮਾਰ ਕੇ ਕਿਸੇ ਬਿੰਦੂ 'ਤੇ ਧਿਆਨ ਟਿਕਾ ਕੇ ਜਬਰਨ ਕਿੱਥੋਂ ਮਨ ਨੂੰ ਇੱਥੇ ਘੇਰ ਕੇ ਲਿਆ ਕੇ ਵਾਲੀ ਮੈਡੀਟੇਸ਼ਨ ਨਹੀਂ ਮੰਨਦੀ। ਗੁਰਮਤ ਕਹਿੰਦੀ ਹੈ ਰੀਅਲ ਮੈਡੀਟੇਸ਼ਨ ਕੀ ਹੈ, ਜਦੋਂ ਤੂੰ ਸੋਗੜ ਸਮਾਧੀ ਤੋਂ ਵੀ ਉੱਠੇ ਤਾਂ ਤੇਰੀ ਕੋਈ ਬੇਇੱਜ਼ਤੀ ਕਰ ਜਾਏ, ਉਸ ਵੇਲੇ ਤੂੰ ਬੇਇੱਜ਼ਤੀ ਸਹਾਰ ਸਕੇ ਤਾਂ ਤੂੰ ਸਮਾਧੀ ਤੋਂ ਨਹੀਂ ਟੁੱਟਾ। ਲੇਕਿਨ ਅਸੀਂ ਆਪਣੀ ਸਮਾਧੀ ਤੋਂ ਟੁੱਟ ਜਾਈਏ, ਮੇਰੀ ਮੰਨ ਲਿਆ ਜ਼ਾਤ ਉੱਚੀ ਹੈ ਔਰ ਮੈਨੂੰ ਨੀਵੀਂ ਜ਼ਾਤ ਤੋਂ ਕੋਈ ਬੁਲਾ ਦੇ, ਮੇਰੀ ਸਮਾਧੀ ਟੁੱਟ ਜਾਂਦੀ ਹੈ। ਮੈਂ ਕਿਸੇ ਦਾ ਭਲਾ ਕਰਾਂ, ਕੋਈ ਮੈਨੂੰ ਸਲਾਮ ਨਾ ਕਰੇ, ਮੇਰੀ ਸਮਾਧੀ ਟੁੱਟ ਜਾਂਦੀ ਹੈ। ਕੋਈ ਮੇਰੀ ਗੱਲ ਦਾ ਜਵਾਬ ਨਾ ਦੇ, ਮੈਂ ਮਾਈਂਡ ਕਰ ਜਾਂਦਾ ਹਾਂ, ਉਸ ਵੇਲੇ ਮੇਰੀ ਸਮਾਧੀ ਮੈਡੀਟੇਸ਼ਨ ਗਈ। ਇਸ ਕਰਕੇ ਗੁਰੂ ਸਾਹਿਬ ਸਿੱਧਾ ਜੋਗੀਆਂ ਦੀ 100 ਕਾਰਡ ਸਮਾਧੀ ਮੈਡੀਟੇਸ਼ਨ ਨੂੰ ਪੂਰੀ ਤਰ੍ਹਾਂ ਨਕਾਰ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਅਨੁਸਾਰ ਹੈ 24 ਘੰਟੇ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਸਾਨੂੰ ਜਿਹੜੇ ਚੰਗੇ ਚੰਗੇ ਖਿਆਲ ਆਉਂਦੇ ਨੇ ਨਾ, ਉਹਨੂੰ ਨਦੀਆਂ ਕਹਿੰਦੇ ਨੇ। ਉਹ ਕਦੋਂ ਰੱਬ ਜੀ ਨਾਲ ਇੱਕ ਮਿਕਤਾ ਸਮੁੰਦਰ ਵਿੱਚ ਸਮਾ ਜਾਂਦੀਆਂ ਨੇ ਨਦੀਆਂ, ਪਤਾ ਵੀ ਨਹੀਂ ਲੱਗਦਾ। ਕਿਸ ਨੂੰ ਪਤਾ ਨਹੀਂ ਲੱਗਦਾ? ਜਿਹੜਾ ਰੱਬੀ ਗੁਣ ਲੈ ਕੇ ਹੰਕਾਰਿਆ ਹੋਇਆ ਨਹੀਂ ਹੈ। ਕਦੋਂ ਉਹਦੀ ਕਾਇਆ ਕਲਪ ਹੁੰਦੀ ਜਾ ਰਹੀ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲਤਨ, ਉਹਨੂੰ ਸੁਲਤਾਨ ਵਰਗੇ ਰਾਜੇ ਭਾਵ ਰੱਬ ਜੀ ਦੇ ਗਿਰਹਾ ਪਹਾੜ ਰਤਨ ਜਵਾਹਰ ਮਾਣਿਕ ਵਰਗੀ ਖਾਨ ਪ੍ਰਾਪਤ ਹੁੰਦੀ ਹੈ, ਉਹਦੇ 'ਚੋਂ ਉਹ ਉਸ ਨੂੰ ਪ੍ਰਾਪਤ ਕਰਦਾ ਸਮੁੰਦਰ ਦੇ ਰਤਨ। ਕੀੜੀ ਤੁਲਨਾ ਹੋਣੀ, ਜੇਕਰ ਉਹ ਨਮਰਤਾ 'ਚ ਰਵੇ। ਕਦੇ ਵੀ ਕਿਸੇ ਨੇ ਕਿਸੇ ਕੋਲੋਂ ਸਿੱਖਣਾ ਹੋਵੇ ਨਾ, ਇੱਕੋ ਹੀ ਕਸਵੱਟੀ ਹੈ, ਬੀ ਹੰਬਲ। ਜਿਸ ਮਨੁੱਖ 'ਚੋਂ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ, ਜਿਸ ਜਗ੍ਹਾ ਵੀ ਜਾ ਕੇ ਸਿੱਖਣਾ ਚਾਹੁੰਦੇ ਹੋ, ਜੇ ਤੁਸੀਂ ਉੱਥੇ ਦੇ ਨੁਕਸ ਕੱਢਣ ਲੱਗੋ ਤਾਂ ਨਹੀਂ ਸਿੱਖ ਸਕੋਗੇ। ਅਸੀਂ ਗੁਰਦੁਆਰੇ ਸਤਿਗੁਰ ਦੀ ਮੱਤ ਲੈਣ ਆਉਂਦੇ ਹਾਂ। ਜੇਕਰ ਅਸੀਂ ਗੁਰਦੁਆਰੇ ਜਾ ਕੇ ਪ੍ਰਬੰਧਕਾਂ ਨੂੰ ਕਹਿਣਾ ਸ਼ੁਰੂ ਕਰ ਦਈਏ, ਦਰੀ ਠੀਕ ਕਿਉਂ ਨਹੀਂ ਵਿਛਾਈ, ਭਾਈ ਸਾਹਿਬ ਨੇ ਅੱਜ ਪ੍ਰਸ਼ਾਦ ਠੰਡਾ ਬਣਾਇਆ ਹੈ, ਇਹ ਰੁਮਾਲਾ ਠੀਕ ਨਹੀਂ ਹੈ, ਸੇਵਾਦਾਰ ਜੀ ਨੇ ਵਕਤ ਸਿਰ ਸਵੇਰੇ ਸੁਖਮਨੀ ਸਾਹਿਬ ਸ਼ੁਰੂ ਨਹੀਂ ਸੀ ਕੀਤਾ, ਤੁਸੀਂ ਚੰਦੋਆ ਕਿਉਂ ਨਹੀਂ ਬਦਲਿਆ। ਫਿਰ ਅਸੀਂ ਸਿਰਫ ਪ੍ਰਬੰਧਕਾਂ ਉੱਤੇ ਔਰ ਭਾਈ ਸਾਹਿਬ ਜੀ ਤੇ ਰਾਗੀ ਜੀ ਤੇ ਗਿਆਨੀ ਜੀ ਤੇ ਸਿਰਫ ਆਪਣਾ ਰੋਬ ਝਾੜਨ ਆਇਆ, ਕਿਉਂਕਿ ਮੈਨੂੰ ਤਾਂ ਪਤਾ ਹੀ ਹੈ, ਮੈਂ ਤਾਂ ਸਭ ਜਾਣਦਾ ਹੀ ਹਾਂ। ਫਿਰ ਮੈਂ ਹੰਬਲ ਨਹੀਂ ਹਾਂ, ਫਿਰ ਹਿਊਮਿਲਿਟੀ ਨਹੀਂ ਹੈ, ਫਿਰ ਮੇਰੇ ਅੰਦਰ ਨਮਰਤਾ ਨਹੀਂ ਹੈ। ਕੀੜੀ ਤੁਲਨਾ ਹੋਣੀ ਜੇ ਤਿਸ ਮਨੋਂ ਨਾ ਵਿਸਰੈ। ਜੇਕਰ ਮੈਂ ਕੀੜੀ ਸੁਭਾਅ ਬਣ ਜਾਵਾਂ ਨਮਰਤਾ ਵਿੱਚ, ਤਾਂ ਫਿਰ ਮੇਰੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਰੱਬੀ ਗੁਣ ਮੈਨੂੰ ਪ੍ਰਾਪਤ ਹੁੰਦੇ ਹਨ। ਅੰਤ ਨਾ ਸਿਫਤੀ ਕਹਿਣਾ, ਜਿਉਂ ਮੈਂ ਕੀੜੀ ਸੁਭਾਅ 'ਚ ਜਾਂਦਾ ਹਾਂ ਤਾਂ ਜਿਤਨੀਆਂ ਬਖਸ਼ਿਸ਼ਾਂ ਅਤੇ ਆਦਤਾਂ ਮੈਨੂੰ ਸੁਭਾਅ ਵਿੱਚ ਪ੍ਰਾਪਤ ਹੁੰਦੇ ਨੇ, ਉਹਨਾਂ ਸਾਰਿਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਰੱਬ ਜੀ ਬੇਅੰਤ ਨੇ। ਜੋ ਇਨਸਾਨ ਰੱਬੀ ਗੁਣਾਂ ਨੂੰ ਲੈਣਾ ਚਾਹੁੰਦਾ ਉਹ ਬੇਅੰਤਤਾ ਵਿੱਚ ਚਲਾ ਜਾਂਦਾ ਹੈ। ਉਹ ਡੇਲੀ ਸਿੱਖਣਾ ਚਾਹੁੰਦਾ ਹੈ, ਐਵਰੀ ਮੂਮੈਂਟ ਸਿੱਖਣਾ ਚਾਹੁੰਦਾ ਹੈ। ਸਿੱਖਣ ਦਾ ਐਟੀਟਿਊਡ ਬਣ ਜਾਏ ਤਾਂ ਮਨੁੱਖ ਮੂਰਖਾਂ ਕੋਲੋਂ ਵੀ ਸਿੱਖ ਲੈਂਦਾ ਹੈ, ਪਰ ਜੇ ਸਿੱਖਣ ਦਾ ਐਟੀਟਿਊਡ ਨਾ ਹੋਏ ਤਾਂ ਮਨੁੱਖ ਸਿਆਣਿਆਂ ਕੋਲੋਂ ਵੀ ਸਿੱਖ ਨਹੀਂ ਸਕਦਾ। ਸੱਤੀ ਪੈਰੀ ਸਤ ਭਲਾ ਬਈਐ ਪੜ੍ਹਿਆ ਪਾਸ, ਪਰ ਉੱਥੇ ਸੱਚ ਵਰਤਦਾ। ਇਹ ਸੱਚ ਕਿਹੜਾ ਵਰਤਦਾ ਹੈ?
ਹਮੇਸ਼ਾ ਜਿਹੜੀ ਗੁਰਪ੍ਰਸਾਦ ਦੀ ਬਾਰਿਸ਼ ਹੋ ਰਹੀ ਹੈ, ਪਰ ਮੈਂ ਤੇ ਸੱਚ ਨਾਲ ਬਹਿੰਦਾ ਹੀ ਨਹੀਂ, ਮੈਨੂੰ ਸੱਚ ਨਾਲ ਬਹਿਣ ਦਾ ਸ਼ੌਂਕ ਹੀ ਨਹੀਂ ਹੈ। ਹਰ ਵੇਲੇ ਸਿੱਖਣ ਦਾ ਸੁਭਾਅ, ਅਸੀਂ ਸਾਰੇ ਨਿੱਕੇ ਬੱਚਿਆਂ ਨੂੰ ਸਿਖਾਉਣ ਜੋਗੇ ਹਾਂ, ਪਰ ਆਪ ਅਸੀਂ ਸਿੱਖਣ ਨੂੰ ਬਿਲਕੁਲ ਵੀ ਤਿਆਰ ਨਹੀਂ। ਕਿਉਂ? सब कुछ आता ही है, सब कुछ पता ही है, किसी दी गलती माफ़ ना करनी ਅਤੇ किसी दी गलती ਨੂੰ ਹਮੇਸ਼ਾ ਭੰਡਦੇ ਰਹਿਣਾ। ਇਹ ਤੇ ਮੈਂ ਕਰ ਲਿਆ ਕਿ ਜੀ ਜੇ ਵੱਡੇ ਬੱਚੇ ਗਲਤੀ ਕਰਨ ਤੇ ਉਹਨਾਂ ਨੂੰ ਮਾफ़ ਨਹੀਂ ਕਰਨਾ ਚਾਹੀਦਾ, ਉਹਨੂੰ ਸਿੱਧੇ ਰਾਹ ਪਾਉਣਾ ਚਾਹੀਦਾ। ਪਰ ਜਿਹੜੇ ਵੱਡੇ ਗਲਤੀ ਕਰਨ ਉਹਨਾਂ ਨੂੰ ਕੌਣ ਸਮਝਾ? ਵੱਡਿਆਂ ਦੀ ਗਲਤੀ ਨੂੰ ਕੌਣ ਦੱਸੇ? ਟੀਚਰ ਵੀ ਬੱਚਿਆਂ ਨੂੰ ਫਿਕਸਅਪ ਕਰਦੇ ਨੇ, ਪਰ ਟੀਚਰ ਜਿਹੜੀਆਂ ਗਲਤੀਆਂ ਕਰਦੇ ਨੇ, ਟੀਚਰ ਸਟਾਫ ਰੂਮ ਵਿੱਚ ਪੋਲੀਟਿਕਸ ਖੇਡਦੇ ਨੇ, ਟੀਚਰ ਪ੍ਰਿੰਸੀਪਲ ਨਾਲ ਮੱਖਣਬਾਜ਼ੀ ਕਰਦੇ ਨੇ, ਦੂਜੀ ਟੀਚਰ ਨੂੰ ਨੀਵਾਂ ਪਾ ਆਉਂਦੇ ਨੇ, ਗਰੀਬ ਬੱਚੇ ਦਾ ਧਿਆਨ ਨਹੀਂ ਕਰਦੇ ਨੇ। ਟੀਚਰਾਂ ਨੂੰ ਕੌਣ ਫਿਕਸਅਪ ਕਰੇ? ਬਸ ਇਹ ਸਾਡੇ ਸਭ ਦੇ ਵੱਡਿਆਂ ਦੇ ਭੁਲੇਖੇ। ਆਈ ਐਮ ਮਿਸਟਰ ਰਾਈਟ ਔਰ ਆਈ ਐਮ ਮਿਸਿਜ਼ ਰਾਈਟ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਇਹ ਤਾਂ ਬਹੁਤ ਕੀਮਤੀ ਗੱਲ ਹੈ ਕਿ ਰੱਬ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਜਿਹੜਾ ਕੀੜੀ ਬਣ ਜਾਏ, ਨਮਰਤਾ 'ਚ ਆ ਜਾਏ, ਤਾਂ ਉਸ ਨੂੰ ਬੇਅੰਤ ਗੁਣ ਪ੍ਰਾਪਤ ਹੋਣੇ ਸ਼ੁਰੂ ਹੋ ਜਾਂਦੇ ਹਨ। ਸਿਫਤਾਂ ਦਾ ਫਿਰ ਅੰਤ ਨਹੀਂ ਰਹਿੰਦਾ, ਪਰ ਕਹਿਣ ਨਾਲ ਨਹੀਂ। ਵਨ ਹੈਜ਼ ਟੂ ਬੀ ਬੀਇੰਗ ਆਫ ਦੋਜ਼ ਗੁੱਡ ਕੁਆਲਿਟੀਜ਼। ਚੰਗੇ ਚੰਗੇ ਗੁਣਾਂ ਨੂੰ ਜੀਣਾ ਅਮਲੀ ਤੌਰ 'ਤੇ। ਸੋ ਅਸੀਂ ਇਹ ਅੰਤ ਨਾ ਸਿਫਤੀ ਕਹਿਣਾ ਅੰਤ ਵਾਲੀ ਸਾਰੀ ਪੌੜੀ ਨੂੰ ਵਿਚਾਰਨ ਤੋਂ ਬਾਅਦ ਅਸੀਂ ਇਸ ਦੇ ਆਖੀਰ 'ਤੇ ਪਹੁੰਚੇ। ਜਿਵੇਂ ਕੀੜੀ ਤੁਲਨੋਂ ਹੋਮਨੀ ਤੋਂ ਲਿੰਕ ਕਰਕੇ ਅਸੀਂ ਆਏ, ਉਸ ਤੋਂ ਪਿਛਲੀ ਪੌੜੀ ਨੂੰ ਲਿੰਕ ਕਰਕੇ ਪਾਤਾਲਾ ਤੋਂ ਸਾਲਾਈ ਦੇ ਅੰਦਰ ਇੰਟਰਲਿੰਕਡ ਪੌੜੀ ਆਈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਇੱਥੇ ਸੁਮਤ ਬਖਸ਼ ਰਹੇ ਨੇ। ਦੇਖ ਕੇ ਹੈਰਾਨ ਹੋ ਜਾਈਦਾ ਕਿ ਕੀੜੀ ਤੁਲਨੋਂ ਹੋਮਨੀ ਦੇ ਕਾਰਨ ਬੇਅੰਤਤਾ ਵਿੱਚ ਜਾਣ ਵਾਸਤੇ ਅਗਲੀ 24ਵੀਂ ਪੌੜੀ ਆਈ, ਅੰਤ ਨਾ ਸਿਫਤੀ ਕਹਿਣਾ ਅੰਤ। ਤਾਂ ਉਸ ਪੌੜੀ ਦੇ ਆਖੀਰ 'ਤੇ ਆਇਆ, ਜੀਵਡ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤ। ਜਿਹੜਾ ਰੱਬ ਜੀ ਦਾ ਸੋਚਣ ਦਾ ਢੰਗ ਹੈ ਨਾ, ਉਹਨੂੰ ਰੱਬ ਜੀ ਦਾ ਨਜ਼ਰੀਆ ਕਹਿੰਦੇ ਨੇ, ਉਹਨੂੰ ਰੱਬ ਜੀ ਦੀ ਨਦਰ ਕਹਿੰਦੇ ਨੇ। ਬਈ ਰੱਬ ਜੀ ਕਿਵੇਂ ਦੇਖਦੇ ਹਨ? ਰੱਬ ਜੀ ਦਾ ਦੇਖਣ ਦਾ ਢੰਗ ਹੈ, ਸਾਰੇ ਰੱਬ ਜੀ ਦੇ ਬੱਚੇ ਹਨ, ਇੱਕ ਪਿਤਾ ਇੱਕ ਅਸਕੇ ਹਮ ਬਾਰਕ। ਰੱਬ ਜੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਨੇ, ਅਮੀਰਾਂ ਗਰੀਬਾਂ ਦੇ ਕੋਠੇ 'ਤੇ ਬਰਾਬਰ ਦੀ ਬਾਰਿਸ਼ ਕਰਦੇ ਨੇ, ਆਕਸੀਜਨ ਸਭ ਵਾਸਤੇ ਬਰਾਬਰਤਾ ਦਾ ਦਿੰਦੇ ਨੇ, ਸੀਜ਼ਨਸ ਸਾਰਿਆਂ ਵਾਸਤੇ ਬਰਾਬਰਤਾ ਦੇ ਚੇਂਜ ਹੁੰਦੇ ਨੇ। ਇਹ ਰੱਬ ਜੀ ਦਾ ਨਜ਼ਰੀਆ ਹੈ। ਰੱਬ ਜੀ ਕਿਸੇ ਨੂੰ ਬਦਲਾ ਨਹੀਂ ਲੈਂਦੇ ਨੇ, ਰੱਬ ਜੀ ਮਾफ़ ਹੀ ਕਰ ਦਿੰਦੇ ਨੇ। ਔਗੁਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ ਗਲੇ ਨਾਲ ਲਾ ਹੀ ਲੈਂਦੇ ਹਨ। ਇਹ ਰੱਬ ਜੀ ਦੇ ਗੁਣ ਨੇ ਨਾ, ਇਹ ਰੱਬ ਜੀ ਦਾ ਨਜ਼ਰੀਆ ਹੈ। ਦ ਪੈਰਾਡਿਮ ਆਫ ਦ ਗੋਡ, ਕਿ ਇਕੁਐਲਿਟੀ ਵਿੱਚ, ਨਮਰਤਾ ਵਿੱਚ, ਕਾਈਂਡ ਹਾਰਟ, ਦਿਆਲੂ ਰਹਿੰਦੇ ਹਨ। ਅਸੀਂ ਆਪਣੇ ਦਿਆਲੂ ਸੁਭਾਅ ਨੂੰ ਕਰੂਅਲ ਸੁਭਾਅ ਬਣਾ ਲਈਏ, ਇਹ ਸਾਡਾ ਰੱਬ ਜੀ ਦੇ ਨਾਲ ਕੰਟਰਾਸਟ ਹੈ। ਇਹ ਰੱਬ ਜੀ ਨੂੰ ਪਿੱਠ ਦੇਣਾ ਹੈ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਸੋ ਰੱਬ ਜੀ ਨਦਰੀ ਨੇ, ਉਹ ਜਿਹੜੀ ਸੁਮਤ ਕਿਸੇ ਨੂੰ ਬਖਸ਼ਦੇ ਨੇ। ਜੋ ਕੋਈ ਵੀ ਰੱਬ ਜੀ ਦੇ ਨਜ਼ਰੀਏ ਮੁਤਾਬਕ ਸੁਮਤ ਲੈਣਾ ਚਾਹੁੰਦਾ ਹੈ, ਲਾਈਕ ਮੈਡੀਕਲ ਕਾਲਜ ਦੇ ਅੰਦਰ ਮੈਡੀਕਲ ਪੜ੍ਹਾਉਣ ਵਾਲਾ ਪ੍ਰੋਫੈਸਰ ਸਟੂਡੈਂਟ ਨੂੰ ਜਿਹੜਾ ਡਾਇਗਨੋਜ਼ ਕਰਨ ਦੀ ਪੜ੍ਹਾਈ 4 ਸਾਲਾਂ ਵਿੱਚ ਅਕਲ ਦਿੰਦਾ ਹੈ, ਉਹ ਆਪਣੇ ਮੈਡੀਕਲ ਦੇ ਫਲਸਫੇ ਕਰਮ ਨੂੰ ਅੱਗੇ ਦੇ ਰਿਹਾ ਹੈ। ਇੰਜ ਰੱਬ ਜੀ ਆਪਣਾ ਫਲਸਫਾ ਗੁਰਪ੍ਰਸਾਦ ਸਾਰੀ ਦੁਨੀਆ ਨੂੰ ਦਿੰਦੇ ਨੇ। ਉਹਨੂੰ ਕਹਿੰਦੇ ਨੇ ਰੱਬ ਜੀ ਕਰਮੀ ਨੇ ਆਪਣਾ ਕਰਮ ਬਖਸ਼ਿਆ, ਦਿੱਤਾ। ਰੱਬ ਜੀ ਕਰਮੀ ਨੇ, ਜੋ ਕਰਮੀ ਦੇ ਅੰਦਰੋਂ ਮੈਸੇਜ ਨਿਕਲ ਕੇ ਆਉਂਦਾ ਉਹ ਕਰਮੀ ਦਾ ਕਰਮ ਹੈ। ਕਰਮ ਨੂੰ ਗ੍ਰੇਸ, ਕਿਰਪਾ, ਬਖਸ਼ਿਸ਼ ਕਹਿੰਦੇ ਨੇ। ਆਈ ਥਿੰਕ ਇਟ ਇਜ਼ ਨਾਓ ਵੈਰੀ ਸਿੰਪਲ ਕਿ ਅਸੀਂ ਸੋਚਦੇ ਸੀ ਜਿਸ ਦਿਨ ਰੱਬ ਜੀ ਨਦਰੇ ਕਰਮ ਕਰਨਗੇ,
ਜਦੋਂ ਰੱਬ ਕਦੇ ਕਿਰਪਾ ਬਖਸ਼ਿਸ਼ ਕਰੇਗਾ ਤਾਂ ਸ਼ਰਾਬ ਛੁਡਾ ਲਵੇਗਾ। ਇਹ ਸਾਡਾ ਭੁਲੇਖਾ ਟਕੌਂਸਲਾ ਹੈ। ਕਿਸੇ ਵੀ ਗੱਲ ਦੇ ਸਿੱਧੇ ਪਾਸੇ ਪੈਣ ਵੇਲੇ ਅਸੀਂ ਕਹਿੰਦੇ ਰੱਬ ਬਖਸ਼ਿਸ਼ ਕਰੇਗਾ, ਲੇਕਿਨ ਬਖਸ਼ਿਸ਼ ਲੈਣ ਵਾਸਤੇ ਮੈਂ ਤੇ ਕਦੇ ਭਾਂਡਾ ਸਿੱਧਾ ਕੀਤਾ ਹੀ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ ਕੋ ਭਾਂਡਾ ਭਾਓ ਤਿਨਾ ਸਵਾਰਸੀ, ਸੁਖੀ ਕਰੇ ਪਸਾਓ ਦੁੱਖ ਵਿਸਾਰਸੀ। ਜਿਸ ਦੇ ਅੰਦਰ ਇਹ ਸ਼ੌਂਕ ਹੈ ਕਿ ਮੇਰਾ ਭਾਂਡਾ ਮੈਨੂੰ ਠੀਕ ਕੀਤਾ ਜਾਏ, ਉਹ ਪਹਿਲਾਂ ਸਵੇਰੇ ਸਵੇਰੇ ਆਪਣਾ ਭਾਂਡਾ ਸਾਫ਼ ਕਰਦਾ ਹੈ। ਭਾਂਡਾ ਧੋਏ। क्यों धो रहे हो मम्मी, आप ये बर्तन सुबह सुबह क्यों धो रहे हो? मम्मी कहती है दूध लेने जा रहे हैं, बर्तन गंदा है। अच्छा, सो यू आर प्रिपेयर्ड। भांडा धोए, बैस धूप देवो, तो दूधे को जावो। कितने सिंपल एग्जाम्पल्स ने। लोकी बाणी नूं महंगी मुश्किल अगाध बोध कह के छिक्के टंग देंदे ने। इतनी सिंपल है। रोज़मर्रा दे जीवन च मिस्टिक वांगू छोटे 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 निके बच्चों नूं जिवें समझाईदा एग्जाम्पल्स दे दे के सानू समझाया है। जिनको पांडे पाओ, जिनके अंदर एक ख्याल है, शौक़ है, प्यार है कि मेरे को दूध भरना है अपने बर्तन में, वो बर्तन को साफ़ करता है। ਇਹਦਾ मतलब बर्तन मैं साफ़ करांगा, ਉਹਨਾਂ ਦਾ ਦੁੱਧ, ਉਹਨਾਂ ਦੀ ਗੁਰਪ੍ਰਸਾਦ ਤੇ ਆਲਰੇਡੀ ਵਰਸ ਰਹੀ ਹੈ। ਇਹ ਭੁਲੇਖਾ ਜੇ ਲੱਥ ਜਾਏ ਕਾਸ਼। ਵੀ ਆਰ ਇਨ 21st ਸੈਂਚੁਰੀ ਐਂਡ ਵੀ ਆਰ ਸਪੋਜ਼ ਟੂ ਬੀ। ਅਸੀਂ ਬੈਲ ਗੱਡੀ ਤੋਂ ਕਾਰਾਂ 'ਤੇ ਆ ਗਏ ਹਾਂ। ਅਸੀਂ 4 ਇੱਟਾਂ ਦੇ ਟਾਂਡੇ ਬਾਲ ਕੇ ਉਸ ਤੋਂ ਅਸੀਂ ਗੈਸ ਦੇ ਚੁੱਲ੍ਹਿਆਂ 'ਤੇ ਆ ਗਏ ਹਾਂ। ਕਬੂਤਰ ਚਿੱਠੀ ਲੈ ਕੇ ਜਾਏਗਾ 6 ਮਹੀਨੇ ਬਾਅਦ ਮੇਰੀ ਬੇਟੀ ਨੂੰ ਪੇਕੇ ਜਾ ਉਹਦੇ ਸਹੁਰੇ ਪਰਿਵਾਰ ਦੀ ਚਿੱਠੀ ਮਿਲੇਗੀ, ਦੇ ਬਦਲੇ ਅਸੀਂ ਸੈੱਲ ਫੋਨ 'ਤੇ ਸਕਾਈਪ 'ਤੇ ਅੱਜ ਹੀ ਸ਼ਕਲ ਸਮੇਤ ਉਹਦੇ ਨਾਲ ਗੱਲ ਕਰ ਸਕਦੇ ਹਾਂ। ਜੇ ਚਾਰੋਂ ਪਾਸੇ ਦੁਨੀਆ ਦੀ ਹਰ ਗਿਜ਼ਮੋ ਨੂੰ ਵਰਤ ਕੇ ਅਸੀਂ ਮਾਡਰਨ ਦੁਨੀਆ ਵਿੱਚ ਆ ਗਏ ਹਾਂ, ਤਾਂ ਸਾਨੂੰ ਸੋਚਣੀ ਦਾ ਢੰਗ ਵੀ ਠੀਕ ਕਰਨਾ ਪਏਗਾ। ਰੱਬ ਜੀ ਦੀ ਬਖਸ਼ਿਸ਼ ਆਲਰੇਡੀ ਹੋ ਰਹੀ ਹੈ, ਭਾਂਡਾ ਮੈਨੂੰ ਸਿੱਧਾ ਕਰਨਾ ਹੈ। ਇਸ ਕਰਕੇ ਸਟੇਟਮੈਂਟ ਬਦਲਣੀ ਪਏਗੀ ਕਿ ਰੱਬ ਬਖਸ਼ਿਸ਼ ਕਰੇਗਾ ਤਾਂ। नो, बख्शिश ऑलरेडी हो रही है। तू भांडा सीधा करेगा तो तू ठीक होएगा। सारी ये फिलॉसफी चेंज हो जाती है। उसनू समझण दा नज़रिया बदल जाता है। गल कैच हो जाती है। सो नानक नदरी करमी दात। सो रब जी की नदर करम की गल की जा रही है। ਕਰਮੀ ਨੇ ਉਹਨਾਂ ਦੇ ਕਰਮ ਦੀ ਗੱਲ ਕੀਤੀ ਜਾ ਰਹੀ ਹੈ। ਅਗਲੀ ਪੌੜੀ 'ਚ ਆ ਗਈ, ਬਹੁਤਾ ਕਰਮ ਲਿਖਿਆ ਨਾ ਜਾਏ। ਔਰ ਜੇ ਇੱਕ ਵਾਰੀ ਨਦਰੀ ਦਾ ਕਰਮ ਲੈ ਲਵੋ। ਅਸੀਂ ਇੱਥੋਂ ਅੱਜ ਦਾ ਪਾਠ ਸ਼ੁਰੂ ਕੀਤਾ ਸੀ। ਰੱਬ ਜੀ ਵੱਡੇ ਹਨ। ਵੱਡੇ ਰੱਬ ਜੀ ਦਾ ਕਰਮ ਵੀ ਵੱਡਾ ਹੈ, ਇਨਫਿਨਿਟ ਹੈ। ਅਸੀਂ ਕਰਮ ਕੀ ਮੰਨਿਆ ਹੋਇਆ? ਮੇਰੇ 2 ਪੁੱਤਰ ਨੇ, ਬਸ ਰੱਬ ਜੀ ਦੀ ਬਖਸ਼ਿਸ਼ ਹੋ ਗਈ, ਬਸ ਇਤਨੀ ਬਖਸ਼ਿਸ਼ ਹੀ ਕਰਦੇ ਨੇ। ਅਮਰੀਕਾ ਇੱਕ ਲੇਡੀ ਮੈਨੂੰ ਮਿਲੀ, ਆਈ ਹੈਵ ਬਿਗ ਫੇਥ ਔਨ ਜੀਸਸ ਕ੍ਰਾਈਸਟ। ਮੈਂ ਕਿਹਾ ਵਾਓ ਗ੍ਰੇਟ, ਵਾਈ ਯੂ ਹੈਵ ਸਚ ਫੇਥ? ਬਿਕੋਜ਼ ਹੀ ਗਿਵਸ ਮੀ ਬ੍ਰੈਡ ਬਟਰ ਐਵਰੀ ਡੇ। अच्छा, बस मुल्ला की दौड़ मस्जिद तक, ब्रेड बटर में ही भगवान जी सारे तुम्हारी बस इतने तक ही है। कोई कहता काम बन जाए, कोई कहता मकान बन जाए, कोई कहता पुत्र मिल गया बख्शिश है, कोई कहता नौकरी जॉब बोनस मिल गया बख्शिश है, कोई कहता प्रमोशन हो गई है बख्शिश है। लोकी बख्शिश अपने हिसाब नाल लिमिट करते हैं। रब जी बेअंत ने, रब जी की बख्शिश भी बेअंत है, क्योंकि नानक निर्गुण गुण करे। बट जिन्हां कोल रब्बी गुण है, जे वो गुण लैंदे ने और लैके रैलिश करके उन्होंने जींदे ने, तां गुणवंतियां गुण दे ਉਹ ਹੋਰ ਦਸੂਣੀ ਹੋਏ, ਹੋਰ 10 ਗੁਣਾ ਵੱਧਦੇ ਨੇ। ਇਨਫਿਨਿਟ ਉਹਨੂੰ ਫੋਰਟੀਫਾਈਡ ਕਹਿੰਦੇ ਨੇ, ਵੱਧਦੇ ਹੀ ਜਾਂਦੇ ਨੇ। ਚੜਾ ਚੌਗਣ ਵਨ ਹੁੰਦੀ ਜਾਂਦੀ ਹੈ। ਬੇਅੰਤ ਨੇ। ਰੱਬ ਜੀ ਦੇ ਗੁਣ ਬਹੁਤ ਬੇਅੰਤ ਹਨ। ਇਸ ਜੀਵਨ ਆਪ ਜਾਣੇ ਆਪ ਵਾਲੇ ਨੂੰ ਇਹ ਗੱਲ ਹੁਣ ਸਮਝ ਆ ਰਹੀ ਹੈ ਕਿ ਬਹੁਤਾ ਕਰਮ ਹੈ ਵੱਡੇ ਦਾ,
जे एक बारी उसकी मत अनुसार लिखना आ जाए, वंस यू नो दैन सतगुर की मत का लेखा लिखना आ जाता है। ਉਹਦੇ ਵਿੱਚ ਜਮਾ ਦਾ ਲੇਖਾ ਮਿਟਾਣਾ ਆ ਜਾਂਦਾ। ਧਰਮ ਰਾਏ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ। ਇੱਕ ਵਾਰੀ ਸਮਝ ਆ ਜਾਏ ਨਾ, ਕ੍ਰੋਧ ਕਰਨ ਨਾਲ ਮੇਰਾ ਨੁਕਸਾਨ ਹੈ। ਇੱਕ ਵਾਰੀ ਸਮਝ ਆ ਜਾਏ, ਜਦੋਂ ਮੈਂ ਕਿਸੇ ਵੀ ਮਨੁੱਖ ਨਾਲ ਨਫ਼ਰਤ ਕਰਦਾ ਹਾਂ, ਇਹਦੇ ਨਾਲ ਮੇਰਾ ਥਾਟ ਪ੍ਰੋਸੈਸ ਖਰਾਬ ਹੁੰਦਾ ਹੈ, ਮੇਰੀਆਂ ਅੱਖਾਂ ਖਰਾਬ ਹੁੰਦੀਆਂ, ਮੇਰਾ ਮੱਥਾ ਕੁੱਟਿਆ ਰਹਿੰਦਾ ਹੈ। ਤਾਂ ਹੀ ਕਈ ਵਾਰੀ ਅਸੀਂ ਕਹਿੰਦੇ ਨਾ, ਉਹਨੂੰ ਤਾਂ ਮੈਂ ਦੇਖਣਾ ਨਹੀਂ ਚਾਹੁੰਦੀ, ਫਲਾਣੀ ਦੀ ਤਾਂ ਸ਼ਕਲ ਨਹੀਂ ਮੈਨੂੰ ਪਸੰਦ। ਇਸ ਤਰ੍ਹਾਂ ਹੁੰਦਾ ਨਾ, ਨੁਕਸਾਨ ਮੇਰਾ ਹੋਇਆ। ਬਲਕਿ ਦੋਏ ਦੋਏ ਲੋਚਨ ਪੇਖਾ ਹੂੰ ਹਰ ਵੀ ਨਵਰ ਨਾ ਦੇਖਾਂ, ਮੈਨੂੰ ਕਿਸੇ ਨੂੰ ਦੇਖ ਕੇ ਨਫ਼ਰਤ ਹੀ ਨਾ ਆਏ ਉਹਦੇ ਬਾਰੇ। ਜਦੋਂ ਇਹ ਵਾਲੀ ਗੱਲ ਸਾਨੂੰ ਪੱਲੇ ਪੈਂਦੀ ਹੈ ਤਾਂ ਲੇਖਾ ਸਮਝ ਆ ਗਿਆ। ਇੱਕ ਵਾਰੀ ਉਹ ਲਿਖ ਲਓ ਨਾ, ਇੱਕ ਵਾਰੀ ਲਿਖਣਾ ਆ ਜਾਏ, ਫਿਰ ਇਹ ਨਹੀਂ ਜਾਂਦਾ। ਇੱਕ ਵਾਰੀ ਗਲਤ ਰਸਤੇ 'ਤੇ ਜਾਂਦੇ ਜਾਂਦੇ ਯੂ ਟਰਨ ਲੈ ਲਓ ਨਾ, ਫਿਰ ਮਨੁੱਖ ਇਸ ਤੋਂ ਬਾਅਦ ਵਾਪਸ ਗਲਤ ਰਸਤੇ 'ਤੇ ਨਹੀਂ ਜਾਂਦਾ। ਜਿਵੇਂ ਨਿੱਕਾ ਬੱਚਾ ਟੁਰਨਾ ਨਹੀਂ ਜਾਣਦਾ, ਅਸੀਂ ਉਂਗਲ ਪਕੜ ਕੇ ਬੈੱਡ ਦੇ ਨਾਲ ਸਹਾਰਾ ਦੇ ਦੇ ਕੇ, ਫਿਰ ਟਰਾਈਪੋਡ 'ਤੇ ਖੜਾ ਕਰਕੇ, ਫਿਰ ਆਸਤਾ ਆਸਤਾ ਅਸੀਂ ਉਸ ਨੂੰ ਟੁਰਨਾ ਸਿਖਾਉਂਦੇ ਹਾਂ। ਜਦੋਂ ਇੱਕ ਦਿਨ ਉਹ ਟੁਰਨਾ ਸਿੱਖ ਜਾਏ, ਫਿਰ ਉਹ ਭੁੱਲਦਾ ਨਹੀਂ ਹੈ। ਜੇ ਇੱਕ ਵਾਰੀ ਮੈਨੂੰ ਸਤਿਗੁਰ ਦੇ ਮਾਰਗ 'ਤੇ ਟੁਰਨ ਵਾਲੀ ਮੱਤ ਆ ਜਾਏ, ਜਮਾ ਦੇ ਲੇਖੇ ਦੇ ਬਦਲੇ ਸਤਿਗੁਰ ਦੇ ਨਜ਼ਰੀਏ ਮੁਤਾਬਕ ਲੇਖਾ ਲਿਖਣਾ ਆ ਜਾਏ, ਆਪਣੀ ਮਨ ਦੀ ਧਰਤੀ 'ਤੇ ਬੀਜ ਬੋਣੇ ਆ ਜਾਣ, ਫਿਰ ਭੁੱਲਦੇ ਵਿਸਰਦੇ ਨਹੀਂ ਹਨ। ਇਹ ਗੱਲ ਪੱਕੀ ਯਾਦ ਰੱਖਣੀ ਹੈ ਅਸੀਂ ਕਿ ਰੱਬ ਜੀ ਵੱਡੇ ਹਨ, ਬੇਅੰਤ ਹਨ, ਅਤੇ ਅਸੀਂ ਉਹਨਾਂ ਦੇ ਬੇਅੰਤ ਦੇ ਕਰਮ ਨੂੰ ਲੈਂਦੇ ਹਾਂ। ਮਨ ਕੀ ਮੱਤ ਨਾਲ ਵਿਕਾਰਾਂ ਦਾ ਲੇਖਾ ਲਿਖਦੇ ਹਾਂ, ਲੇਕਿਨ ਸਤਿਗੁਰ ਦੀ ਮੱਤ ਰਾਹੀਂ ਬਹੁਤੇ ਵੱਡੇ ਰੱਬ ਜੀ ਦਾ ਕਰਮ ਲਿਖਣਾ ਆ ਜਾਂਦਾ ਹੈ। ਫਿਰ ਵਿਕਾਰੀ ਲੇਖਾ ਮਿਟ ਜਾਂਦਾ ਹੈ। ਰੱਬ ਜੀ ਦਾ ਲੇਖਾ ਫਿਰ ਕਦੇ ਨਹੀਂ ਜਾਂਦਾ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਇੱਕ ਵਾਰੀ ਸਮਝ ਆ ਜਾਏ ਨਾ ਕਿ ਪੋਇਜ਼ਨਸ ਚੀਜ਼ਾਂ ਕਿਹੜੀਆਂ ਨੇ, ਵਿਖਿਆ ਕਿਹਦੇ ਵਿੱਚ ਹੈ, ਫਿਰ ਮਨੁੱਖ ਵਿਖਿਆ ਦਾ ਜ਼ਹਿਰ ਨਹੀਂ ਖਾਂਦਾ। ਆਮ ਦੁਨੀਆ ਵਿੱਚ ਦੇਖ ਲਓ, ਜਿਸ ਨੂੰ ਬਲੱਡ ਪ੍ਰੈਸ਼ਰ ਹੈ, ਉਹ ਕਹਿੰਦਾ ਡਾਕਟਰ ਨੇ ਮੈਨੂੰ ਮਨਾ ਕੀਤਾ ਸੀ ਲੂਣ ਜ਼ਿਆਦਾ ਨਾ ਖਾਇਆ ਕਰੋ। ਨਹੀਂ ਜੀ ਨਹੀਂ, ਲੂਣ ਨਹੀਂ ਮੈਂ ਜ਼ਿਆਦਾ ਖਾਣਾ, BP ਹਾਈ ਹੋ ਜਾਏਗਾ। ਸ਼ੂਗਰ ਵਾਲਾ ਕਹਿੰਦਾ ਨਹੀਂ ਜੀ ਨਹੀਂ, ਜ਼ਿਆਦਾ ਚੀਨੀ ਨਹੀਂ ਮੈਂ ਖਾਣੀ, ਮੇਰੀ ਸ਼ੂਗਰ ਹਾਈ ਹੋ ਜਾਏਗੀ। ਕਿਉਂ? ਕਿਉਂਕਿ ਉਹ ਉਸ ਦੇ ਨਾਲ ਜਿਹੜੀ ਉਹਨੂੰ ਸਜ਼ਾ ਭੋਗਣੀ ਪੈਂਦੀ ਸੀ, ਉਹ ਦੇਖ ਚੁੱਕਾ ਹੈ। ਉਹ ਵਾਲੀ ਸਜ਼ਾ ਨੂੰ ਉਸਨੂੰ ਭੁਗਤਾਉਣ ਵਾਸਤੇ ਦੁਬਾਰਾ ਦੂਜੇ ਇੰਸਪਾਇਰ ਕਰਨ। ਨੋ, ਵਨਸ ਇਨ ਏ ਵਾਈਲ ਲੈ ਲਓ ਤਾਂ ਕੁਛ ਨਹੀਂ ਹੁੰਦਾ, ਪਰ ਉਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰੀ ਸੀ। ਇਸ ਕਰਕੇ ਜੈ ਕਰਨੀ ਹੋਵੇ ਸ਼ਰਮਿੰਦਾ, ਇਹ ਅਕਮਾਨੀ ਰੀਤ ਉਹ ਮੁੜ ਮੁੜ ਕੇ ਫਿਰ ਜ਼ਿਆਦਾ ਸ਼ੂਗਰ ਨਹੀਂ ਖਾਂਦਾ। ਮੈਂ ਇੱਕ ਦੁਨਿਆਵੀ ਐਗਜ਼ਾਮਪਲ ਸਾਂਝ ਕੀਤੀ ਹੈ। ਇੰਝ ਰੱਬ ਜੀ ਦੀ ਗੱਲ ਜੇਕਰ ਸਮਝ ਆ ਜਾਏ ਤਾਂ ਮਨੁੱਖ ਇਸ ਪਾਸੇ ਨਦਰੀ ਦੇ ਕਰਮ ਦਾ ਵਿਜ਼ਨ ਲੈ ਲੈਂਦਾ ਹੈ। ਉਹ ਵਿਜ਼ਨ ਰੱਬ ਜੀ ਬੇਅੰਤ ਨੇ, ਰੱਬ ਜੀ ਇਟਰਨਲ ਨੇ, ਰੱਬ ਜੀ ਕਦੇ ਫਿੱਕੇ ਨਹੀਂ ਪੈਂਦੇ ਨੇ। ਇਸ ਕਰਕੇ ਉਸ ਦੀਆਂ ਅੱਖਾਂ ਵੀ ਕਦੇ ਫਿੱਕੀਆਂ ਨਹੀਂ ਪੈਂਦੀਆਂ। ਰੱਬ ਜੀ ਸਭ ਨੂੰ ਕਲੀਅਰ ਦੇਖ ਸਕਦੇ ਨੇ। ਕਿਰਪਾ ਕਟਾਖ ਅਵਲੋਕਨ ਕੀਨੋ ਕਰਦੇ ਨੇ, ਕਿਰਪਾ ਦੀ ਦ੍ਰਿਸ਼ਟੀ ਰੱਖਦੇ ਨੇ। ਇਸ ਕਰਕੇ ਰੱਬ ਜੀ ਦੀਆਂ ਅੱਖਾਂ ਲੈ ਲਓ ਤਾਂ ਉਹ ਅੱਖਾਂ ਕਮਜ਼ੋਰ ਕਦੇ ਨਹੀਂ ਹੁੰਦੀਆਂ, ਉਹ ਵਿਜ਼ਨ ਬਲਰਡ ਕਦੇ ਨਹੀਂ ਹੁੰਦਾ। ਉਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਮੀਰ, ਗਰੀਬ, ਗੋਰਾ, ਕਾਲਾ, ਪਤਿਤ, ਪਾਵਨ ਦਾ ਵਿਤਕਰਾ ਵਾਲੀਆਂ ਅੱਖਾਂ ਖਤਮ ਹੋ ਜਾਂਦੀਆਂ ਔਰ ਖਰਾਬ ਕਦੇ ਨਹੀਂ ਹੁੰਦੀਆਂ। ਵਨਸ ਯੂ ਟੇਸਟ ਇਟ, ਸ਼ਰਤ ਇਹ ਹੈ ਕਾਸ਼ ਟੇਸਟ ਕਰ ਸਕੀਏ। ਜੇ ਇੰਟਰਸਟ ਹੋਵੇ ਤਾਂ ਟੇਸਟ ਕੀਤਾ ਜਾ ਸਕਦਾ ਹੈ। ਐਂਡ ਆਈ ਡੋਂਟ ਮੀਨ, ਆਈ ਡੋਂਟ ਕਲੇਮ ਕਿ ਮੈਂ ਟੇਸਟ ਕਰ ਲਿਆ। ਜੋ ਬਾਣੀ 'ਚੋਂ ਸਮਝ ਆ ਰਿਹਾ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ। ਵਨਸ ਪੋਜ਼ਿਟਿਵ ਐਟੀਟਿਊਡ ਸਮਝ ਆ ਜਾਏ, ਨੈਗੇਟਿਵ ਵਿੱਚ ਮਨੁੱਖ ਨਹੀਂ ਜਾਂਦਾ। ਹੁਣ ਸਾਹਮਣੇ ਇੱਕ ਸ਼ਬਦ ਆਇਆ,
रैन गई मात दिन भी जाए, पामर गए पग बैठे आए। रैन गई मात दिन भी जाए, पामर गए पग बैठे आए। पामर गए पग बैठे आए। थार हार कंपै बाला जियो, थार हार कंपै बाला जियो, ना जानो क्या करसी पियो, ना जानो क्या करसी पियो। रैन गई मात दिन भी जाए, पामर गए पग बैठे आए। रैन गई मत दिन भी जाए, पामर गए पग बैठे आए। मेरी जिंदगी दी रैन हनेरा गया, कालख गई पावर गए। बाग बैठे आए। बाग इत्थे प्रतीक है चटियाई दा, चंगियाई दा, ट्रुथफुलनैस दा, सच दा। एक बारी सच आ जाए ना, रैन गई हनेरा गया। मत दिन भी जाए फिर चानण नहीं जाता है। ये अटल चानण है। बाहरला चानਣ चला ਜਾਂਦਾ ਹੈ, ਜਿਸ ਨੂੰ ਬਾਰ-ਬਾਰ ਦੀਵੇ ਬਾਲ ਕੇ ਜੋਤਾਂ ਬਾਲਣ ਵਾਸਤੇ ਘਿਓ ਪਾਣਾ ਪੈਂਦਾ ਹੈ। ਗਰੀਬਾਂ ਦੇ ਮੂੰਹ ਚੋਂ ਵੀ ਘਿਓ ਕੱਢ-ਕੱਢ ਕੇ ਜੋਤਾਂ ਬਾਲਣੀਆਂ ਪੈਂਦੀਆਂ ਹੈ। ਬਾਹਰਲਾ ਚਾਨਣ ਮੁੱਕ ਜਾਂਦਾ ਹੈ, ਪਰ ਇਹ ਵਾਲਾ ਚਾਨਣ ਜੋਤ ਨਹੀਂ ਬਾਲਣੀ ਪੈਂਦੀ, ਅੰਦਰ ਦੀ ਜੋਤ ਬਲ ਜਾਂਦੀ ਹੈ। ਫਿਰ ਮਨੁੱਖ ਕਿੱਥੇ ਜਾ ਕੇ ਦੀਵਿਆਂ 'ਚ ਘਿਓ ਨਹੀਂ ਪਾਉਂਦਾ। ਜੇ 100 ਚੰਦਾ ਉਗਵੇ ਸੂਰਜ ਚੜੇ 1000, ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਿਆਰ। ਜੇ ਇੱਕ ਵਾਰੀ ਗੁਰੂ ਦਾ ਚਾਨਣ ਹੋ ਜਾਏ, ਮਤ ਦਿਨ ਵੀ ਜਾਏ। ਇੱਥੇ ਦਿਨ ਪ੍ਰਕਾਸ਼ ਦਾ ਪ੍ਰਤੀਕ ਹੈ, ਪਰ ਮਨ ਡਰਦਾ, ਪਤਾ ਨਹੀਂ। ਇੰਦਰੇ ਗਿਆਨ ਇੰਦਰੇ ਡਰਦੇ ਨੇ, ਪਤਾ ਨਹੀਂ ਕੀ ਹੋਏਗਾ। ਥਾਰ ਹਰ ਕੰਪੈ ਬਾਲਾ ਜੀਓ, ਮੇਰੀ ਮੱਤ ਡਰਦੀ ਹੈ। ਉਹ ਮਨ ਜੀ ਤੇ ਸਿੱਧੇ ਪਾਸੇ ਪੈ ਗਏ। जिस दिन मन सीधे पासे पोए ना, अखा मना कर दिया नहीं हम तो इधर उधर गलत गलत देखेंगे। जिस दिन मन सीधे पासे में पैर कहते हैं नहीं हम तो नहीं गुरुद्वारे जाएंगे। जिस दिन मन सीधे पासे पै जाए, जीभ कहती है मैं तो उन्हें शराब नहीं छड़नी, अमृत नहीं छकना। पर ज्यों ज्यों ये थर हर कंपै बाला जी वो मत नूं समझानी शुरू हो जाती है। ज्यों ही मन नूं समझाई, मन के कारण मत बदल जाती है, मन के कारण सुरत बदल जाती है, मन के कारण बुद्धि बदल जाती है, मन के कारण सारे इंद्रे ज्ञान इंद्रे बदल जाते हैं। हुण सदीवी प्रकाश हो गया, मत दिन भी जाए। देख फरीदा ज्योतिया, देख फरीदा ज्योतिया, दाढ़ी होई दाढ़ी अग्गा नेड़ा आया, अग्गा आया, पिछा रह गया दूर, पिछा
अच्छा रह गया दूर। देख फरीदा ज्योतिया, हाँ देख फरीदा ज्योतिया, दाढ़ी होई दाढ़ी होई। फरीद जी कहते हैं, एक दुनियावी अर्थ देते किए जाते हैं भी फरीद जी कह रहे हैं देखो मेरी दाढ़ी चिट्टी हो गई है, जवानी चली गई है, अगे हुण मरण की वेला आ गई है। पर साथ संगत जी उत्साहित करन वाले पैसीमिस्टिक मीनिंग छड्ड के सानू चढ़दियां कला वाले मीनिंग्स लैने चाहिए ने। फरीद जी कह रहे हैं देखो मेरे नाल की वापरी है। दाढ़ी पूर का मतलब होंदा विजडम आ गई, सच की अक्ल आ गई। तो जे दाढ़ी का मतलब है वाली दाढ़ी होए तो बीबियां वास्ते शब्द नहीं रहेगा। दाढ़ी पूर का मतलब होंदा विजडम प्राप्त होना, सतगुर की मत आ जानी। ते दाढ़ी गुरमति च प्रतीक है नम्रता दा। गरीबा उबर जे खिंजे दाढ़ी, पार ब्रह्म सा अगन में साड़ी। ਇਹਦਾ मतलब इस्त्रियां किसी गरीब की बेइज्जती कर लैन? नहीं, गुरबाणी खरा सच है, सारिਆਂ ਤੇ ਅਪਲਾਈ ਹੁੰਦੀ ਹੈ। ਇਸ ਕਰਕੇ ਗੁਰਬਾਣੀ ਦੇ ਵਾਸਤੇ ਕਿਹਾ ਜਾਂਦਾ ਹੈ ਸਤਿਗੁਰ, ਸੱਚ ਦਾ ਗੁਰ। ਸੱਚ ਦਾ ਗੁਰ ਸਾਰਿਆਂ ਤੇ ਇਕੁਅਲੀ ਐਪਲੀਕੇਬਲ ਹੁੰਦਾ ਹੈ। ਮਰਦਾਂ ਨੂੰ ਤੇ ਦਾੜੀ ਆਂਦੀ ਹੀ ਆਂਦੀ ਹੈ, ਲੇਕਿਨ ਸ਼ਬਦ ਜਿਹੜੇ ਹੁੰਦੇ ਨੇ ਉਹ ਸਾਰਿਆਂ ਦੇ ਵਾਸਤੇ ਹੁੰਦੇ ਨੇ। ਜਦੋਂ ਕੇਸਾਂ ਦੀ ਗੱਲ ਆਏਗੀ ਤਾਂ ਕੇਸ ਸੋਚਣੀ ਦਾ ਪ੍ਰਤੀਕ ਨੇ ਬਾਣੀ ਦੇ ਅੰਦਰ। सोहने नक जिन लंबड़े वाला सोहने नक होंदा है, सतगुर की मत की नक प्राप्त हो गई, दिखावे की मत गई। जिहड़ी बरादरी च नक रखनी पैंदी ना, वो गई। बरादरी च नक रखण वाली नाकों काटी कानों काटी काट कुट के डारी। हुण सतगुर की मत वाली नक प्राप्त हो गई। उस मनुख नूं दुनियावी इज्जत की लोड़ नहीं रहिंदी, क्योंकि उस इंसान नूं दुनियावी बेइज्जती भी बॉदर नहीं करती। उस तक निंदा मान अपमान खत्म, नक कोई होर प्राप्त हो गई है। एक कमाल की प्लास्टिक सर्जरी हो गई है। हुण ये नक नीवी नहीं होंदी, कोई नीवी करे तां भी नहीं होंदी। सोहने नक जिन लंबड़े वाला होंदा है दूर अंदेशी दी चंगी मत प्राप्त करना। रब जी दे गुण ने सोहने नक जिन लंबड़े वाला, ये वाली मत मैं प्राप्त कर लवां तां मेरी नक और मेरे वाल लंबे। ओनू कहंदे ने भावै लांबे केस कर, भावै लांबे केस कर, भावै लांबे केस कर, पावै करड़ मुनाए, पावै करड़ मुनाए। कबीर प्रीत इक स्यों किए, कबीर प्रीत इक स्यों किए, आन दुबदा जाए, आन दुबदा जाए, पावै लांबे केस कर, पावै लांबे केस कर, पावै करड़ मुना। जे सतगुर दी मत पा जाए, दूर अंदेशे दी सोच वाले केस लंबे हो गए। ये इनर आत्मिक अवस्था है। तो दुनिया विच जिन्हां दा चाचा ताया पापा दी डैथ हो जाए तो आम तौर पर असीं देखते सां साडे घरां च कम्मां करन वाले या दोस्त यार उन्हां दा जदों बिहार जान वापस आन तां गंजे हुंदे सी। असीं पुछिआ गंजे क्यों हो गया? ताया जी मर गया, ताऊ मर गया, चाचा मर गया, ताया मर गया। वो वाल मुना आंदे सन, गंजे होके आ जांदे सन। कबीर साहब कहंदे ने मन मूंडिया नहीं
केस मुंडाए का है, यहाँ से गंजा क्या होता है, मन को साफ किया कर। गुरु पातशाह कहते सतगुर दी मत एक बारी पसंद आ जाए भावै, इफ तैनू पसंद आवे, लांबे केस कर, सोचनी चंगी कर लै, नम्रता भरपूर हो जा। भावै जे तैनू पसंद आ गई है सतगुर दी मत, घरड़ मुनाए, मन तो मन दे ख्याल मिटा लै ना, छड़ दे नफरत, कर लै प्यार, वितकरा छड़ दे। घरड़ मुनाए, इत्थों घरड़ मुनाई दे, लोकी इत्थों घरड़ मुनान लग पे, कितना भारी भुलेखा। कबीर साहब कहते कबीर प्रीत एक स्यों की है, एक नाल प्रीत कर लो ना, ए डुअलिटी खत्म हो गई कि रखूं या ना रखूं, काटूं या ना काटूं, नहीं ये डुअलिटी खत्म हो गई। भाव है दोनों, भाव है पॉजिटिव ऑप्शन है। भाव है जे तेनू पसंद आवे लांबे केस कर लै, तो जे तेनू सतगुर दी मत भाव है पसंद आवे तो इत्थों घरड़ मुन लै, क्योंकि यह कबीर साहब की बोली है, मेरी स्टेटमेंट नहीं है, मेरे कीते अर्थ नहीं हैं। गुरमत विच क्या ही नहीं गया कि तू केस मुनाया कर, गुरमत विच क्या ही नहीं गया दाड़ी मुन्या कर, गुरमत दा फलसफा ही नहीं है। गुरमत कहती है सच नाल जुड़ जा, सतगुर दी मत लै लै, सोचनी दे चंगे गुण वाले केस बना लै, नम्रता च रिहा कर, दूर अंदेश हो जाया कर। रब जी दूर अंदेश ने, इसी करके रब जी दी सारी दुनिया विच ना लॉज ऑफ नेचर बड़े यूनीक ने। आज सच जुगात सच है भी सच, नानक होसी भी सच। ये नहीं है कि ਜਿਹੜੇ लॉज ऑफ नेचर कल तक सी ਤਾਂ ਅੱਜ फेल हो जाएंगे, सदीवी इनएविटेबल खरा सच ਰਹਿੰਦੇ ਨੇ। ਉਹ ਫਰੀਦ ਸਾਹਿਬ ਕਹਿੰਦੇ ਨੇ ਦੇਖ ਫਰੀਦਾ ਜੋ ਥੀਆ ਕੀ ਹੋਇਆ, ਮੈਂ ਸਤਿਗੁਰ ਦੀ ਮੱਤ ਲਈ ਪਸੰਦ ਕੀਤੀ, ਦਾੜੀ ਹੋਈ ਭੂਰ। ਭੂਰ ਦਾ ਮਤਲਬ ਸਿਰਫ ਚਿੱਟੇ ਵਾਲਾਂ ਨੂੰ ਨਹੀਂ ਕਹਿੰਦੇ ਨੇ, ਭੂਰ ਦਾ ਮਤਲਬ ਪ੍ਰਕਾਸ਼, दिन चढ़ गया। ਜਿਹੜੇ ਸਿਆਣੇ ਹੁੰਦੇ ਨੇ ਨਾ ਘਰਾਂ ਵਿੱਚ ਬਜ਼ੁਰਗ, ਉਹ ਕੱਲ ਦੀ ਆਈ ਜਿਹੜੀ ਦਵਾਨੀ ਚਵਾਨੀ BA MA ਕਰਕੇ ਆ ਗਈ ਹੈ ਨੂੰ, ਜਿਸ ਨੂੰ ਥੋੜਾ ਸੈੱਲਫੋਨ ਜ਼ਿਆਦਾ ਯੂਜ਼ ਕਰਨਾ ਆਉਂਦਾ, ਕਾਰ ਚਲਾਣੀ ਆਉਂਦੀ, ਉਹਨੂੰ ਕਹਿੰਦੇ ਬੇਟਾ ਮੈਂ ਵਾਲ ਧੁੱਪ ਵਿੱਚ ਚਿੱਟੇ ਨਹੀਂ ਕੀਤੇ ਨੇ। ਇਹਦਾ ਮਤਲਬ ਧੁੱਪ ਕੋਈ ਅੰਦਰ ਚੜ੍ਹਦੀ ਹੈ ਤੇ ਅੰਦਰ ਦੀ ਮੱਤ ਸਿਆਣੀ ਹੋ ਜਾਂਦੀ ਹੈ, ਅੰਦਰ ਦੇ ਵਾਲ ਚਿੱਟੇ ਹੋ ਜਾਂਦੇ ਨੇ, ਸੋਚਣੀ ਦਾ ਢੰਗ ਚਿੱਟਾ ਹੋ ਜਾਂਦਾ ਹੈ, ਨਿਮਰਤਾ ਆ ਜਾਂਦੀ ਹੈ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ, ਅਗਾ ਨੇੜਾ ਆਇਆ। ਜੋ ਹੀ ਵਿਜ਼ਡਮ ਪ੍ਰਾਪਤ ਹੁੰਦੀ ਹੈ ਨਾ, ਰੱਬੀ ਮਿਲਾਪ ਦਾ ਸਮਾਂ ਆ ਜਾਂਦਾ ਹੈ। ਸਰੀਰਕ ਡੈਥ ਦੀ ਗੱਲ ਨਹੀਂ ਹੈ। ਮੰਦੇ ਖਿਆਲਾਂ ਤੋਂ ਛੁੱਟ ਗਿਆ ਮੈਂ, ਔਰ ਜਿਹੜਾ ਮੰਦੇ ਖਿਆਲਾਂ ਤੋਂ ਇੱਕ ਵਾਰੀ ਛੁੱਟ ਜਾਏ, ਮੰਦੀਆਂ ਆਦਤਾਂ ਤੋਂ ਛੁੱਟ ਜਾਏ, ਮੰਦੇ ਐਟੀਟਿਊਡ ਤੋਂ ਛੁੱਟ ਜਾਏ, ਉਹ ਕਹਿੰਦਾ ਛੋੜ ਆਏ ਉਹ ਗਲੀਆਂ, ਹੁਣ ਮੈਂ ਉਹ ਗਲੀਆਂ 'ਚ ਨਹੀਂ ਜਾਣਾ ਚਾਹੁੰਦਾ। ਬੜਾ ਮੈਂ ਨਿੱਕੇ ਨਿੱਕੇ ਗੀਟੀਆਂ ਪੱਥਰਾਂ ਨਾਲ ਆਪਣੀ ਛਾਤੀ ਨੂੰ ਸਲਦਾ ਰਿਹਾ, ਆਪਣੀ ਬਲੀਡਿੰਗ ਕਰਦਾ ਰਿਹਾ। ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੂਰ, ਹੁਣ ਹਮੇਸ਼ਾ ਲਈ ਗੰਦਗੀ ਛੁੱਟ ਗਈ ਮੇਰੇ ਕੋਲੋਂ। ਇਹ ਵਾਲੀ ਮੱਤ ਪ੍ਰਾਪਤ ਹੋ ਜਾਂਦੀ ਹੈ। ਯੈਸ, ਰਹਿਣ ਗਈ ਮਤ ਦਿਨ ਵੀ ਜਾਏ, ਪਾਵਰ ਗਏ ਬਗ ਬੈਠੇ ਆਏ। ਰਹਿਣ ਗਈ ਮਤ ਦਿਨ ਵੀ ਜਾਏ, ਪਾਵਰ ਗਏ ਬਗ ਬੈਠੇ ਆਏ। ਔਰ ਇੱਕ ਵਾਰੀ ਮਨ ਨੀਵਾਂ ਹੋ ਜਾਏ ਤਾਂ ਸਤਿਗੁਰ ਦੀ ਮੱਤ ਪ੍ਰਾਪਤ ਹੁੰਦੀ ਹੈ। ਚਿੱਟੇ ਦੀ ਚਿੱਟੀ ਸਫੇਦ ਕਲੀਅਰ ਵਿਜ਼ਨ ਬਣਦਾ ਜਾਂਦਾ ਹੈ, ਔਰ ਕਾਲਖ ਵਾਲੀ ਮੱਤ ਚਲੀ ਜਾਂਦੀ ਹੈ। ਭਾਵਰ ਗਏ ਬਗ ਬੈਠੇ ਆਏ, ਤਾਂ ਸਾਡੇ ਸਾਰੇ ਇੰਦਰੇ ਗਿਆਨ ਇੰਦਰੇ ਵੀ ਫਿਰ ਆਸਤਾ ਆਸਤਾ ਸਿੱਧੇ ਪਾਸੇ ਪੈ ਜਾਂਦੇ ਹਨ। ਸ਼ਰਤ ਕੀ ਹੁੰਦੀ ਹੈ? ਕਹੋ ਕਬੀਰ, ਜਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਕ ਨਾ ਭਤੀਜਾ। ਇੱਕ ਹੁੰਦਾ ਬਾਹਰ ਵਾਲੇ ਲੋਕ, ਇੱਕ ਹੁੰਦਾ ਮੇਰੇ ਇੰਦਰੇ ਗਿਆਨ ਇੰਦਰੇ। ਇਹ ਮੰਨਦੇ ਨਹੀਂ ਹਨ, ਪਰ ਜਦੋਂ ਦੇਖਦੇ ਨੇ ਵਾਹ इसने अपनी मन मर्जी छोड़ दिया, कबीर जां दिन होम वाह पाछे पिया आनंद, मोए मिलियो प्रभ अपना संगी। मेरे इंद्रे ज्ञान इंद्रे संगी भजै गोबिंद। ये भी सारे नाल चल पैंदे ने। जिस मनुख दा मन टिकाणे लग जाए उसदी सुरत मत बुद्ध टिकाणे लग जाती है, और जिसका मन सीधे पासे पै जाए उसके इंद्रे ज्ञान इंद्रे रोम रोम। इनू जग कहते हैं, मन जीत है जग जीत।
इस तरह वापर जाता है, वापर सकता है, वापर ही जाता है। बहुता कर्म लिखिया ना जाए, इट नेवर गोज, इट नेवर फिनिशिज। क्यों? रैलिश कीता, चंगा गुण पसंद आया। इत्थे तक बहुता कर्म लिखिया ना जाए तक मैनू उम्मीद नहीं कि कोई भुलेखा रह गया होवे। कर्म लिया तो ये वाली मत फिर मुड़ के नहीं जाती। लैण की निशानी की है, समझ गए की निशानी की है, पढ़ ले की निशानी की है, गा ले की निशानी की है कि जे मैं उहदे ते प्रैक्टिकल हाँ तां। जे प्रैक्टिकल नहीं आ तो पढ़िया ही नहीं सी, प्रैक्टिकल नहीं आ तो समझिया ही नहीं सी, फोकी मुंडी लाई सी, समझ आ गया है। एक छोटी जी एग्जाम्पल मेरे सामने आ गई है। थाईलैंड अंदर मैं लेबर कोलों काम करांदा सी। जदों लेबर नूं कहंदे सी ये बना के लाना है, वो भोंदुआ वांगू सामने खड़ा रहिंदा सी। समझ में नहीं आया, कहंदा नो सर समझ में नहीं आया। फिर उन्होंने होर समझाते सी, होर समझाए। जदों समझ जाता सी तो समझण तो बाद जिहड़ी चीज़ बना के लिआंदा सी, जो समझाई सी वही बना के लिआंदा सी। पर ये सेंस ऑफ इनोसेंस के समझ नहीं आया, बिल्कुल भी ईगो नहीं, मन साफ। लेकिन असी अपने भारत की देखते हैं, गल किसी को समझाण लगो ना 20 तक समझानी हो, 2 या 3 कहोगा समझ में आ गया, समझ में आ गया, जाता है कुछ और बना लिया, कहता नहीं आपने ऐसे कहा था, नहीं ये कहा था, वो कहा था। ताई बॉस की लेबर के नाल साडे भारत की ज़्यादा लड़ाई होती है, क्योंकि सेंस ऑफ इनोसेंस नहीं है, चतराई ज़्यादा है। गल अगले की मूँह तो ही पकड़ लेंदे हैं, वो जा मैं जानदा। सेंस ऑफ इनोसेंस होवे, समझ नहीं आया है। बच्चे नूं मम्मी मारदी है, पापा मारदा है, उन्हां दी मार, उन्हां दी डांट या वो कमरे च बंद कर देंगे, या रोटी नहीं देंगे, या जेड़ा मैनू खिडौना लैके दिता वो खो लैणगे। बच्चा कहता मम्मी समझ में आ गया, पर दूजे दिन एग्जाम च फेल होता है। फिर मम्मी कहती है उस टाइम तो बोल रहा था समझ में आ गया, क्या खाक समझ में आया है? ਇਹਦਾ मतलब फोकी मुंडी लाई सी। असी सारे वही मम्मी दे बच्चे हाँ। रब जी अगे आके गुरुद्वारे आके कूड़ी कूड़ी अखी मीट दे, इस तरह मुंडी लाते हाँ। लेकिन जदों जमा का लेखा पैंदा है, उनका उतर जाएगा झूठ गुमान, उस वेले जम सानू सता लैंदा है, असी मार खा जाते हैं जम कोलों। वी स्लिप एट दैट टाइम। जदों भी लेखे का टाइम आया उस वेले स्लिप हो जाइए तो औखी घड़ी तो सानू पै गई। फिर कहते हैं स्लिप ऑफ टंग हो गई सी, मेरे को गल कड्डी गई, ओ जी एवं ही उस वेले मेरा ध्यान किधरे होर सी, अज हो गया, वो बाई चांस हो गया। नहीं, ये बाई चांस नहीं होया, समझण वेले समझिया ही नहीं सी, पढ़न वेले भी पढ़िया ही नहीं सी, ठीक मत पल्ले पई ही नहीं सी। एक बारी पै जाए फिर उत्तर ठीक ही हो जाता है। सो जदों मन दे उत्तों कालख दी भंवर गए हो जाए, बग बैठे। ये सारा शब्द जदों असीं पॉजिटिव सेंस विच पढ़दे हां, उहदे च अखीर च कहंदे काग उडावत पूजा पिरानी, काग उडावत पूजा पिरानी, कह कबीर एह कथा सिरानी, कह कबीर एह कथा सिरानी। कबीर साहब कहते ने कां मैनू तंग करते सी, एक बारी कां मैं उड़ाए, विकार उठाए, कालख उड़ाई, भंवर गए, काग उडावत पूजा पिरानी। मैं रब जी दी, अपने पिर दी, अपने शौ दी जफ्फी विच आ गया। माई गॉड एम्ब्रेस्ड मी, उसने मैनू अपनी कलावे च लै लिया। कह कबीर
एक कथा सिरानी, केड़ी कथा सिरानी? कां वाली कथा, कहानी खत्म हो गई। हुण ये लेखा नहीं जानदा, बहुता कर्म दा लिया ना। काग उडावत पूजा पिरानी, कहाँ गया? मेरे रब जी मैनू मिल गए। पुरातन प्रतीक, ਜਦੋਂ ਕਦੇ ਕਿਸੇ ਇਸਤਰੀ ਨੂੰ ਆਪਣੇ ਪਤੀ ਦੀ, ਆਪਣੇ ਸ਼ੌਹਰ ਦੀ, ਪ੍ਰੀਤਮ ਦੀ ਜਾਂ ਮਹਿਮਾਨ ਘਰ ਆਉਣ ਵਾਲੇ ਗੈਸਟ ਦੀ ਉਡੀਕ ਹੁੰਦੀ ਸੀ ਤਾਂ ਉਹਦੇ ਬਨੇਰੇ 'ਤੇ ਕਾਂ ਬੈਠਾ ਹੁੰਦਾ ਸੀ। ਕਬੀਰ ਸਾਹਿਬ ਕਹਿੰਦੇ ਨੇ, ਉਡੋ ਨਾ ਕਾਗਾ ਕਾਰੇ, ਕਾਈਂਡਲੀ ਜਾਓ ਨਾ ਯਹਾਂ ਸੇ। ਜੇ ਕਾਂ ਉੱਡ ਜਾਂਦਾ ਸੀ ਤਾਂ ਮੰਨਿਆ ਜਾਂਦਾ ਸੀ ਮੇਰਾ ਸ਼ੌਹ, ਮੇਰਾ ਪ੍ਰੀਤਮ ਆ ਜਾਏਗਾ। ਇੱਕ ਪੁਰਾਣੀ ਪ੍ਰਚਲਿਤ ਨੋਸ਼ਨ ਸੀ। ਕਬੀਰ ਸਾਹਿਬ ਇਸ ਨੋਸ਼ਨ ਨੂੰ ਲਾਉਂਦੇ ਨੇ, ਕਹਿੰਦੇ ਨੇ ਕਾਗ ਉਡਾਵਤ, ਕਾਂ ਉੱਡਿਆ, ਉਹਨੂੰ ਕਹਿੰਦੇ ਨੇ ਉਡੋ ਨਾ ਕਾਗਾ ਕਾਰੇ, ਬੇਗ ਮਿਲੀ ਜੈ, ਬੇਗ ਮਿਲੀ ਜੈ, ਆਪਣੇ ਰਾਮ प्यारे, अपने राम प्यारे, उठो ना कागा कारे, उठो ना कागा कारे, बेग मिली जय, बेग मिली जय, अपने राम प्यारे, अपने राम प्यारे। ਕਾਂ ਤੂੰ ਉੱਡ ਕੇ ਜਾ, मैं अपने प्रीतम ਨੂੰ ਮਿਲਣਾ ਚਾਹੁੰਦੀ ਹਾਂ। ਪ੍ਰੀਤਮ ਆ ਗਿਆ। ਜਿਉਂ ਹੀ ਕਾਂ ਉੱਡਦਾ ਹੈ, ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ, ਖਤਮ ਹੋ ਗਈ, ਮੁੱਕ ਗਈ। ਵੱਡਾ ਦਾਤਾ ਤਿਲ ਨਾ ਤਮਾਏ। ਰੱਬ ਜੀ ਵੱਡੇ ਨੇ, ਰੱਬ ਜੀ ਦਾਤਾ ਨੇ, ਪਰ ਰੱਬ ਜੀ ਦਾਤਾ ਮੇਰੇ ਅੰਦਰ ਵਸਦਾ ਹੈ। ਰੱਬ ਜੀ ਦੀ ਦਾਤ ਮੇਰੇ ਇੰਦਰੇ ਗਿਆਨੇਂਦਰੇ ਨੂੰ ਤਾਂ ਦਿੱਤੀ ਜਾ ਸਕਦੀ ਹੈ ਜੇ ਮੇਰਾ ਮਨ ਰੱਬ ਜੀ ਕੋਲੋਂ ਲਵੇ। ਮੇਰਾ ਮਨ ਰੱਬ ਜੀ ਕੋਲੋਂ ਦਾਤ ਲੈਂਦਾ ਤਾਂ ਨੀਚ ਤੋਂ ਊਚ ਬਣ ਜਾਂਦਾ ਹੈ, ਛੋਟੇ ਤੋਂ ਵੱਡਾ ਬਣ ਜਾਂਦਾ ਹੈ, ਤਾਂ ਵੱਡਾ ਬਣ ਕੇ ਫਿਰ ਇਹ ਵੀ ਸਾਰੇ ਇੰਦਰੇ ਗਿਆਨੇਂਦਰੀਆਂ ਨੂੰ ਵੰਡਦਾ ਹੈ। ਇਸ ਨੂੰ ਭਗਤ ਅਵਸਥਾ ਕਹਿੰਦੇ ਨੇ। ਭਗਤ ਅਵਸਥਾ ਦਾ ਮਤਲਬ ਹੈ ਜਦੋਂ ਸਾਡਾ ਮਨ ਸਤਿਗੁਰ ਦੀ ਮੱਤ ਦਾ ਅੰਮ੍ਰਿਤ ਰੂਪੀ ਦੁੱਧ ਲੈ ਕੇ ਬਾਕੀ ਇੰਦਰੇ ਗਿਆਨੇਂਦਰੀਆਂ ਨੂੰ ਰੋਮ ਰੋਮ ਨੂੰ ਵੰਡਦਾ ਹੈ, ਉਸ ਅਵਸਥਾ ਨੂੰ ਭਗਤ ਕਹਿੰਦੇ ਹਨ। ਇਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਰੱਬੀ ਗੁਣ ਨਾ ਲਈਏ। ਇਸ ਕਰਕੇ ਜਪਜੀ ਵਿੱਚ ਕਿਹਾ ਗਿਆ, ਵਿਣ ਗੁਣ ਕੀਤੇ ਭਗਤ ਨਾ ਹੋਏ। ਜਦੋਂ ਤੱਕ ਤੂੰ ਰੱਬੀ ਗੁਣ ਨਹੀਂ ਲਏਗਾ, ਤੇਰੇ ਅੰਦਰ ਦੁੱਧ ਅੰਮ੍ਰਿਤ ਫੁੱਟੇਗਾ ਹੀ ਨਹੀਂ। ਦੁੱਧ ਅੰਮ੍ਰਿਤ ਫੁੱਟੇਗਾ ਹੀ ਨਹੀਂ ਤਾਂ ਤੂੰ ਆਪਣੇ ਇੰਦਰੀ ਗਿਆਨੇਂਦਰੀਆਂ ਨੂੰ ਦੇ ਹੀ ਨਹੀਂ ਪਾਏਗਾ, ਤੇ ਅੱਖ ਨੱਕ ਕੰਨ ਸਾਰਿਆਂ ਵਿੱਚ ਸੂਤਕ ਪੈ ਜਾਂਦਾ ਹੈ। ਸੋਚਣੀ ਅਪਵਿੱਤਰ ਹੋ ਜਾਂਦੀ ਹੈ, ਮੰਦੇ ਖਿਆਲ ਬਣ ਜਾਂਦੇ ਹਨ। ਰੱਬ ਜੀ ਦੀ ਮੱਤ, ਰੱਬ ਜੀ ਨੂੰ ਤਮਾ ਬਿਲਕੁਲ ਨਹੀਂ ਹੈ। ਤਮਾ ਮੀਨਸ ਰੱਬ ਜੀ ਦੁਨੀਆ ਦਾ ਭਲਾ ਕਰਦੇ ਨੇ, ਵਾਹ ਨਹੀਂ ਮੰਗਦੇ ਨੇ। ਰੱਬ ਜੀ ਆਪਣਾ ਨਾਂ ਨਹੀਂ ਕਰਾਉਣਾ ਚਾਹੁੰਦੇ ਨੇ। ਰੱਬ ਜੀ ਨੂੰ ਕਿਸੇ ਦਾ ਕਰਾ ਕੇ ਆਪਣੀ ਸਲਾਮ ਨਹੀਂ ਕਰਾਉਣੀ ਹੈ। ਰੱਬ ਜੀ ਨੂੰ ਕਿਸੇ ਦਾ ਕੰਮ ਕਰਕੇ ਆਪਣੇ ਘੜੇ ਪਾਣੀ ਨਹੀਂ ਭਰਵਾਣੇ ਨੇ, ਆਪਣੇ ਖੂਹ ਨਹੀਂ ਭਰਵਾਣੇ ਨੇ। ਰੱਬ ਜੀ ਨੂੰ ਕਿਸੇ ਵੀ ਕਿਸਮ ਦੀ ਤਮਾ ਨਹੀਂ ਹੈ। ਪਰ ਜੇ ਮਨ ਵੀ ਰੱਬ ਜੀ ਦੀ ਮੱਤ ਲੈ ਲਵੇ ਤਾਂ ਇਸ ਨੂੰ ਵੀ ਤਮਾ ਨਹੀਂ ਰਹਿੰਦੀ ਹੈ। ਕਰਮ ਕਰਤ ਹੋਵੈ ਨੇ ਕਰਮ, ਕਰਮ ਕਰਤ ਹੋਵੈ ਨੇ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ, ਤਿਸ ਬੈਸਨੋ ਕਾ ਨਿਰਮਲ
फल की इच्छा नहीं बाछे, काहू फल की इच्छा नहीं बाछे, केवल भगत कीर्तन संग राछे, केवल भगत कीर्तन संग राछे, करम करत होवे ने करम, करम करत होवे ने करम। बिल्कुल साफ क्लीयर है कि असी पहली पंक्ति समझिया कि एक बारी बहुते दा कर्म लिख लो, वो जानता नहीं है। किस तरह नहीं जानता, वो सारे एग्जाम्पल नोट किए ने। गुरबाणी दे परिपेख हेठा, गुरबाणी दी ताब्या, गुरबाणी दी लाइट हेठा समझण दा जतन किया। इक्को पंक्ति के बहुते दा कर्म लिखना आ जाए फिर वो जानता नहीं है। दूजी पंक्ति आई है, वड्डा दाता तिल ना तमाए। इस दा तमाए तो लैके तिल मात्र भी जिहड़ा मन के अंदर ख्याल आता है, इस सारे दे बारे गल चल रही है। मैं एक दिन एक सज्जन को गया तो उस सज्जन ने एक बड़ा सौखे ढंग दे नाल एक अखाण कह दिता जिहड़ा मैं जिंदगी च कदे नहीं सुनिया सी। और जे मैनूं उहदा अखाण ठीक याद होवे तो उसने कहा सी, करके जतलाना अते दे के गिणाउणा। मैं तुहाडे वास्ते यह कीता जतलाना, करके जतलाना अते दे के गिणाउणा। मैं तुहानूं इन्ने लख दिते ने, ना इत्थे कबूल ना उत्थे कबूल। मनो उसका सेंटेंस एक व्यापारी का बड़ा पसंद आया। तो असी की करते हैं, असी करके जतलाते भी हाँ, दे के गिणाते भी हाँ। ताई तो साड़ी अरदास जितनी पूरी जिदे विच हिस्टरी विचार की जाती है, उसके बदले लंबी लिस्ट होती है, किसने कितने पैसे दिते, किसने अज छब्बा चढ़ाया, किदे वल्लों अज लंगर होया, किसने कितने कारपेट दान किते। ये सारा असी की करते हैं, अंदर तमा है, अंदर इच्छा है। और जिस इंसान को इच्छा होवे कि मेरी वाह वाह होए, उन्होंने दिखावे की बीमारी होती है। जिसनों दिखावे की बीमारी होवे वो अंदरों सैटिस्फाइड नहीं है। जो अंदरों सैटिस्फाइड है वो दिखावा करके लोगों की हमदर्दी नहीं खरीदना चाहता। दिखावा करके लोगों को धार्मिकता का दान करन दा सर्टिफिकेट नहीं खरीदना चाहता, बल्कि उसके उलट असी की करते हैं, मुसलमाना सिर्फ शरीयत पढ़ पढ़ कर विचार, हिंदू सालाही सालाहान दर्शन रूप अपार, तीर्थ नाम है अर्चा पूजा अगरवास बेकार, जोगी सुन ध्यावन जेते अलख नाम करतार, सूखम मूर्त नाम निरंजन काया का आकार। इस तो बाद एक पंक्ति आती है, सतियां मन संतोख उपजे। बड़ा चंगा ख्याल आया संतोख का, क्या यार किसी को दान भी करना चाहिए, कुछ धर्म अर्थ के लिए भी करना चाहिए। सतियां मन संतोख उपजे, देने के विचार, देने का ख्याल आया, बड़ी ग्रेट बात है। पर हाथी वांगू ऊपर मिट्टी पा ली ना हाथ होके कि दे दे मंगे दिया, और मांगते क्या है, सहसा गुड़ा, उससे कई गुना ज्यादा मांगते हैं क्या, शोभ करे संसार, सारी दुनिया मेरी वाह वाह करया करे। यही तमा है। रब जी नूं ये वाली तमा नहीं है। रब जी संतोखी ने, वाह वाह नहीं मंगते ने। संतोखी मनुख किसी नूं कुछ दे सकता है, जिहड़ा संतोखी ना होवे ना, वो तो कहता किसी की की गल दसा, अपनी नहीं मुकदी, रब जाने साडे कोलों खुशी क्यों नहीं टुकदी, साडे नेड़े क्यों अपनी नहीं मुकदी। ए मेरे खाण का टाइम, मेरे सोने का टाइम, ए मेरे कपड़े, ए मेरे रोटी, ए मेरा मंजा, ए मेरा टब्बर, अपनी नहीं मुकदी। वो मनुख किसी को कुछ नहीं दे सकता, जिहड़ा दे ही नहीं सकता, वो सैटिस्फाइड ही नहीं है, वो संतोखी नहीं है। रब जी संतोखी ने, तो मैनू रब जी का कॉन्सैप्ट दसिया गया है, रब जी संतोखी ने, तू भी संतोखी होने वाला ख्याल तेनू आया,
ਇਹਦੇ ਅਗੇਂਸਟ ਤਮਾ ਨਾ ਕਰਿਆ ਕਰ, ਵਾਵਾ ਦੀ ਭੁੱਖ ਨਾ ਰੱਖਿਆ ਕਰ। ਜਿਸ ਦਿਨ ਸਾਨੂੰ ਸਿੱਖ ਜਗਤ ਵਿੱਚ ਵੀ ਇਹ ਗੱਲ ਸਮਝ ਆ ਜਾਏਗੀ, ਉਸ ਦਿਨ ਭਾਈ ਸਾਹਿਬ ਜੀ ਨੂੰ ਨਹੀਂ ਕਹਾਂਗੇ ਕਿ ਭਾਈ ਸਾਹਿਬ ਜੀ ਲੰਬੇ ਨਾਵਾਂ ਦੀ ਲਿਸਟ ਕਿਉਂ ਬੋਲਦੇ ਨੇ। ਉਸ ਦਿਨ ਪ੍ਰਬੰਧਕਾਂ ਨੂੰ ਨਹੀਂ ਕਹਾਂਗੇ ਲੰਬੇ ਨਾਵਾਂ ਦੀ ਲਿਸਟ ਕਿਉਂ ਬੁਲਵਾਉਂਦੇ ਨੇ। ਪ੍ਰਬੰਧਕ ਕੀ ਕਰ ਸਕਦੇ ਨੇ ਜੇ ਸੰਗਤਾਂ ਆ ਕੇ ਢੇਰ ਸਾਰੇ ਪੈਸੇ ਦੇ ਕੇ ਸਾਡਾ ਨਾਂ ਲਿਖੋ ਜੀ, ਕਿਹਦੇ ਵੱਲੋਂ ਕੀ ਹੋਇਆ। ਜਿਵੇਂ ਰੱਬ ਜੀ ਨੂੰ ਕੁਝ ਪਤਾ ਹੀ ਨਹੀਂ ਹੈ ਕਿ ਅੱਜ ਮੇਰੀ ਨੂੰਹ ਪਹਿਲੀ ਦਫਾ ਮੱਥਾ ਟੇਕਣ ਆਈ ਹੈ, ਉਹ ਜੀ ਫਲਾਣੇ ਵੱਲੋਂ ਉਹਨਾਂ ਦੀ ਨੂੰਹ ਪਹਿਲੀ ਦਫਾ ਮੱਥਾ ਟੇਕਣ ਆਈ ਹੈ, ਅੱਜ ਜੀ ਅੱਜ ਇਹ ਹੋਇਆ, ਅੱਜ ਉਹਨਾਂ ਦਾ ਬੱਚਾ ਜਾ ਰਿਹਾ, ਅੱਜ ਉਹਨਾਂ ਦਾ ਮਕਾਨ ਬਣਿਆ, ਅੱਜ ਉਹਨਾਂ ਦਾ ਇਹ ਹੈ। ਔਰ ਨਾਲ ਹੀ ਕਿ ਜਿਹੜਾ ਵੇਣ ਬੋਲਿਆ सब कुछ जानता पर तू नहीं जानता, अब तेरे को बताना पड़ेगा, लाउड स्पीकर पे बताना पड़ेगा। सो भाई साहब जी ਅਤੇ ਪ੍ਰਬੰਧਕਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਰਹੀ। ਮੈਂ ਨਾ ਬਣਾ ਬੁਲਵਾਇਆ ਕਰਾਂ ਆਪਣਾ, ਸਿੰਪਲ ਨਮਰਤਾ ਨਾਲ ਮੱਥਾ ਟੇਕ ਕੇ ਜਾ ਸਕਦਾ ਵਾਂ। ਇਹ ਵਾਲੀ ਆਦਤ ਸਾਡੀ ਛੁੱਟ ਜਾਂਦੀ ਹੈ ਜੇ ਵੱਡੇ ਦਾਤੇ ਦੇ ਦਿਲ ਦੀ ਗੱਲ ਮਾਤਰ ਸਮਝ ਆ ਜਾਏ। ਵਿਰਲੇ ਮਨ ਨੂੰ ਰੱਬ ਜੀ ਦੀ ਇਹ ਗੱਲ ਸਮਝ ਆ ਜਾਂਦੀ ਹੈ ਤਾਂ ਚੰਗੇ ਗੁਣਾਂ ਦੀ ਦਾਤ ਪ੍ਰਾਪਤ ਕਰਕੇ ਤਿਲ ਮਾਤਰ ਵੀ ਵਡਿਆਈਆਂ ਦੀ ਭੁੱਖ ਉਸ ਨੂੰ ਰਹਿੰਦੀ ਨਹੀਂ ਹੈ। ਦਿਖਾਵੇ ਕਰਕੇ ਵਾਹ ਦੀ ਭੁੱਖ ਵਾਲੀ ਤਮਾ ਉਸ ਨੂੰ ਨਹੀਂ ਰਹਿੰਦੀ। ਕਿਉਂ? ਕਿਉਂਕਿ ਕੁੜਿਆਰ ਤੋਂ ਸੱਚਿਆਰ ਬਣਨਾ ਚਾਹੁੰਦਾ ਹੈ। ਤਾਂ ਰੱਬ ਦੀ ਰਜ਼ਾ ਵਿੱਚ ਅੱਜ ਇੱਕ ਰਤਨ ਜਵਾਹਰ ਮਾਣਿਕ ਪੱਲੇ ਪਿਆ ਕਿ ਰੱਬ ਜੀ ਨੂੰ ਤਮਾ ਨਹੀਂ ਹੈ। ਅੱਛਾ, ਇਹ ਰੱਬ ਜੀ ਦਾ ਵਿਜ਼ਨ ਹੈ, ਅੱਛਾ ਇਹ ਰੱਬ ਜੀ ਦੀ ਰਜ਼ਾ ਹੈ। ਇੱਕ ਵਾਰੀ ਜਮਾ ਦੇ ਲੇਖੇ ਨੂੰ ਮਿਟਾਉਣ ਦੀ ਜਾਚ ਸਿੱਖ ਲਵੋ ਔਰ ਸਤਿਗੁਰ ਦੀ ਮੱਤ ਦਾ ਲੇਖਾ ਲਿਖੋ। ਰੱਬ ਜੀ ਦੀ ਰਜ਼ਾ ਦਾ ਲੇਖਾ ਲਿਖਣਾ ਆ ਜਾਏ, ਜਮਾ ਦਾ ਲੇਖਾ ਮੁੱਕ ਜਾਂਦਾ ਹੈ। ਅਤੇ ਨਾਲ ਇੱਕ ਹੋਰ ਪੁਆਇੰਟ ਸਮਝਾਇਆ ਕਿ ਰੱਬ ਜੀ ਨੂੰ ਵਾਹ ਦੀ ਭੁੱਖ ਨਹੀਂ ਹੈ, ਇਸ ਕਰਕੇ ਤੈਨੂੰ ਵੀ ਕੁਝ ਕਰਕੇ ਜਿਤਲਾਉਣ ਦੀ, ਗਿਣਾਉਣ ਦੀ ਔਰ ਵਾਹ ਦੀ ਔਰ ਥੈਂਕਸ ਮੰਗਣ ਦੀ ਭੁੱਖ ਖਤਮ ਹੋ ਜਾਏਗੀ। ਦੂਜਿਆਂ ਨੂੰ ਥੈਂਕਸ ਕਰਨਾ ਭੁੱਲੇਗਾ ਨਹੀਂ। ਇਹ ਬਿਲਕੁਲ ਉਹਦਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਜਦੋਂ ਕਦੀ ਕਿਸੇ ਨੂੰ ਕਹਿੰਦੇ ਨਾ ਥੈਂਕ ਯੂ, ਉਹ ਨਾ ਵੀਰ ਜੀ ਥੈਂਕ ਯੂ ਨਾ ਕਹਿਣਾ, ਆਪਣਿਆਂ ਨੂੰ ਥੈਂਕ ਯੂ ਨਾ ਕਿਹਾ ਕਰੋ। ਕਿਹਨੂੰ ਥੈਂਕ ਯੂ ਕਿਹਾ ਕਰੋ? ਰਿਕਸ਼ੇ ਵਾਲੇ ਨੂੰ ਥੈਂਕ ਯੂ ਅਸੀਂ ਨਹੀਂ ਕਹਿੰਦੇ, ਨੌਕਰ ਨੂੰ ਥੈਂਕ ਯੂ ਅਸੀਂ ਨਹੀਂ ਕਹਿੰਦੇ, ਵੋਟੀ ਨੂੰ ਥੈਂਕ ਯੂ ਅਸੀਂ ਨਹੀਂ ਕਹਿੰਦੇ। ਫਿਰ ਥੈਂਕ ਯੂ ਕਿਹਨੂੰ ਕਹਿਣਾ? ਜੇ ਥੈਂਕ ਯੂ ਕਹਿਣ ਦੀ ਜਾਚ ਨਹੀਂ ਨਾ ਬਣੇਗੀ ਤਾਂ ਰੱਬ ਜੀ ਦਾ ਵੀ ਥੈਂਕ ਯੂ ਕਰਨਾ ਨਹੀਂ ਆਏਗਾ। ਉਹਨੂੰ ਗ੍ਰੈਟੀਟਿਊਡ ਕਹਿੰਦੇ ਨੇ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ। ਇਹਦਾ ਮਤਲਬ ਜੇ ਗ੍ਰੈਟੀਟਿਊਡ ਸਿੱਖਣਾ ਹੋਵੇ ਤਾਂ ਕਦੇ ਵੀ ਥੈਂਕਲੈਸ ਨਹੀਂ ਹੋਣਾ, ਲੇਕਿਨ ਆਪਣੇ ਥੈਂਕਸ ਪ੍ਰਾਪਤ ਕਰਨ ਦੀ ਵਾਹ ਦੀ ਭੁੱਖ ਨਹੀਂ ਹੋਣੀ ਚਾਹੀਦੀ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੇ। ਇਹ ਨਾਨਕ ਲਿਖਿਆ ਨਾਲ ਦਾ ਇੱਕ ਹੁਕਮ ਰਜ਼ਾਈ ਚੋਂ ਅਨਲਿਮਿਟਿਡ ਬੇਅੰਤ ਗੁਣਾਂ ਚੋਂ ਅੱਜ ਇੱਕ ਗੁਣ ਪੱਲੇ ਹੋਰ ਪਿਆ। ਕੱਲ੍ਹ ਅਸੀਂ ਇੱਥੋਂ ਅੱਗੇ ਵਿਚਾਰ ਸਾਂਝ ਕਰਾਂਗੇ।